हाँ जी, सारे विद्यार्थियों ਨੂੰ सत श्री अकाल। स्वागत है जी ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਸਾਡੇ ਪੰਜਾਬੀ ਦੇ ਆਧੁਨਿਕ ਕਵਿਤਾ ਵਾਲੇ ਕਵੀਆਂ ਦੀ। ਜਿਹੜੀ ਆਧੁਨਿਕ ਕਵੀ ਹੈ ਜਿਹੜੇ ਹੋਏ ਸਾਡੇ, ਉਹਨਾਂ ਬਾਰੇ ਗੱਲ ਕਰ ਰਹੇ ਸੀ। ਸੋ ਆਪਣਾ ਅਗਲਾ ਕਵੀ ਹੈ ਜਿਹੜਾ, ਉਹ ਆਪਾਂ ਪੜ੍ਹਨਾ ਜੀ ਪ੍ਰੋਫੈਸਰ ਮੋਹਨ ਸਿੰਘ ਬਾਰੇ। ਲਓ ਜੀ, ਪ੍ਰੋਫੈਸਰ ਮੋਹਨ ਸਿੰਘ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਪ੍ਰੋਫੈਸਰ ਮੋਹਨ ਸਿੰਘ ਪੰਜਾਬੀ 10ਵੀਂ ਜੀ ਦੀ ਜਮਾਤ ਵਿੱਚ ਵੀ ਦੇ ਰੱਖਿਆ, 48 ਨੰਬਰ ਪੇਜ 'ਤੇ ਹੈ। ਦੋ ਤਿੰਨ ਕਵਿਤਾਵਾਂ ਜਿਹੜੀਆਂ ਹੋਣਗੀਆਂ ਉਹ ਪੜ੍ਹਦੇ ਹਾਂ ਆਪਾਂ, ਇੱਕਦਮ ਚੱਲਦੇ ਹਾਂ 48 ਨੰਬਰ ਪੇਜ 'ਤੇ। ਹਾਂ ਠੀਕ ਹੈ, ਲਓ ਜੀ ਆ ਗਏ ਆਪਾਂ 48 ਨੰਬਰ ਪੇਜ 'ਤੇ। ਪ੍ਰੋਫੈਸਰ ਮੋਹਨ ਸਿੰਘ। ਪ੍ਰੋਫੈਸਰ ਮੋਹਨ ਸਿੰਘ ਨੂੰ ਦੂਜੀ ਲਾਈਨ ਵੇਖੋ ਕੀ ਲਿਖੀ ਹੈ। ਕਾਵਿ ਜਗਤ ਵਿੱਚ ਰੋਮਾਂਸਵਾਦੀ ਪ੍ਰਗਤੀਵਾਦੀ ਕਵੀ ਵਜੋਂ ਜਾਣਿਆ ਜਾਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਸ਼ੁਰੂ ਵਿੱਚ ਰੋਮਾਂਸਵਾਦੀ ਕਵੀ ਹੈ, ਉਸ ਤੋਂ ਬਾਅਦ ਉਹ ਪ੍ਰਗਤੀਵਾਦੀ ਕਵੀ ਬਣ ਜਾਂਦਾ ਹੈ। ਪ੍ਰਗਤੀਵਾਦੀ ਵਿਚਾਰਧਾਰਾ ਦੇ ਹੇਠ ਕੀ ਕਰਦਾ ਹੈ? ਕਵਿਤਾ ਰਚਦਾ ਹੈ। ਉਸ ਨੂੰ ਪ੍ਰੀਤ ਦਾ ਕਵੀ ਵੀ ਕਿਹਾ ਜਾਂਦਾ ਹੈ। ਧਿਆਨ ਰੱਖਿਓ, ਪ੍ਰੋਫੈਸਰ ਮੋਹਨ ਸਿੰਘ ਨੂੰ ਕਿਹਾ ਜਾਂਦਾ ਹੈ ਪ੍ਰੀਤ ਦਾ ਕਵੀ। ਧਿਆਨ ਰੱਖਿਓ, 10ਵੀਂ ਵਾਲੀ ਜਮਾਤ ਵਿੱਚ ਦੇ ਰੱਖੀ ਹੈ। ਵੱਡੀਆਂ ਜਿੰਨੀਆਂ ਵੀ ਬੁੱਕਸ ਦਿੱਤੀਆਂ ਉਹਦੇ ਵਿੱਚ ਕਿਤੇ ਨਹੀਂ ਦੇ ਰੱਖੀ ਵੀ ਪ੍ਰੀਤ ਦਾ ਕਵੀ ਕਿਹਨੂੰ ਕਹਿੰਦੇ ਆ। ਪ੍ਰੀਤ ਦਾ ਕਵੀ ਪ੍ਰੋਫੈਸਰ ਮੋਹਨ ਸਿੰਘ ਨੂੰ ਕਹਿੰਦੇ ਆ। ਕਵਿਤਾ ਦੇ ਵਿੱਚ ਨਿੱਜ ਦਾ ਰੰਗ ਪ੍ਰਧਾਨ ਹੈ। ਨਿੱਜ ਮਤਲਬ ਨਿੱਜੀ, ਆਪਣਾ ਆਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਰਸਨਲ, ਉਹਦਾ ਰੰਗ ਇਹਦੇ ਵਿੱਚ ਪ੍ਰਧਾਨ ਹੈ। ਨਵੀਨ ਛੰਦਾਂ ਅਤੇ ਬਿੰਬਾਂ ਦੀ ਵਰਤੋਂ ਇਹਨੇ ਵਿਸ਼ੇਸ਼ ਕਰਕੇ ਕੀਤੀ ਹੈ। ਨਵੇਂ ਛੰਦ ਅਤੇ ਨਵੇਂ ਬਿੰਬ। ਜਨਮ ਹੋਇਆ ਜੀ 20 ਅਕਤੂਬਰ 1905 ਨੂੰ ਪਿੰਡ ਹੋਤੀ ਮਰਦਾਨ, ਪਾਕਿਸਤਾਨ ਦੇ ਵਿੱਚ। ਪਿਤਾ ਜੀ ਦਾ ਨਾਮ ਸਰਦਾਰ ਜੋਧ ਸਿੰਘ, ਮਾਤਾ ਦਾ ਨਾਮ ਭਾਗਵੰਤੀ। ਜਿਹੜੀ ਪ੍ਰਾਰੰਭਿਕ ਸਿੱਖਿਆ ਜਿਹੜੀ ਇਹਨੇ ਧਮਿਆਲ ਮੈਟ੍ਰਿਕ ਹੈ ਜਿਹੜੀ ਰਾਵਲਪਿੰਡੀ ਤੋਂ ਪਾਸ ਕੀਤੀ ਹੈ ਜੀ। ਓਰੀਐਂਟਲ ਕਾਲਜ ਲਾਹੌਰ ਤੋਂ ਇਹਨੇ ਮੁਨਸ਼ੀ ਫਾਜ਼ਲ ਦੀ ਪੜ੍ਹਾਈ ਕੀਤੀ। 1923 ਦੇ ਵਿੱਚ ਬਸੰਤ ਨਾਮ ਦੀ ਮਟਿਆਰ ਦੇ ਨਾਲ ਵਿਆਹ ਹੋਇਆ ਅਤੇ ਉਸ ਮਟਿਆਰ ਦੀ ਮ੍ਰਿਤੂ ਹੋ ਗਈ। ਅਤੇ ਇਸ ਕਰਕੇ ਉਹ ਲਿਖਦਾ ਵੀ ਹੈ, ਮੋਹਨ ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ। ਬਸੰਤ ਕਵਿਤਾ ਵੀ ਲਿਖੀ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ, ਤਾਂ ਉਹ ਬਸੰਤ ਕਵਿਤਾ ਦੇ ਵਿੱਚ ਉਹ ਲਿਖਦਾ ਹੈ। ਮਤਲਬ ਕੀ ਹੈ ਵੀ ਆਪਣੇ ਸ਼ਾਇਰ ਬਣਨ ਦਾ ਜਿਹੜਾ ਕਾਰਨ ਹੈ ਉਹ ਬਸੰਤ ਉਹਦੇ ਘਰ ਵਾਲੀ ਦੀ ਮ੍ਰਿਤੂ ਨੂੰ ਦੱਸਦਾ ਹੈ ਪ੍ਰੋਫੈਸਰ ਮੋਹਨ ਸਿੰਘ। ਇਸੇ ਕਰਕੇ ਉਸ ਦੀ ਕਵਿਤਾ ਦੇ ਵਿੱਚ ਨਿੱਜ ਦਾ ਰੰਗ, ਨਿੱਜੀ ਦਾ ਰੰਗ ਪ੍ਰਧਾਨ ਹੁੰਦਾ। ਕਿਉਂਕਿ ਵਿਆਹ ਜਿਹੜੀ ਹੁੰਦੀ ਨਾ, ਵਿਆਹ ਵਾਲੀ ਜ਼ਿੰਦਗੀ ਉਹ ਨਿੱਜੀ ਹੁੰਦੀ ਹੈ, ਆਪਣੀ ਪਰਸਨਲ ਹੁੰਦੀ ਹੈ। ਹਾਂ, ਜੇਕਰ ਇਸ ਘਟਨਾ ਨੂੰ ਮੋਹਨ ਸਿੰਘ ਦੀ ਕਾਵਿਕ ਯਾਤਰਾ ਦਾ ਅਹਿਮ ਬਿੰਦੂ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੈ। ਠੀਕ ਹੈ, MA ਫਾਰਸੀ, MOL ਦੀ ਡਿਗਰੀ, ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅਧਿਆਪਨ ਕਾਰਜ। 3 ਮਈ 1979 ਦੇ ਵਿੱਚ ਲੁਧਿਆਣਾ ਵਿਖੇ ਆਪ ਜੀ ਦੀ ਡੈਥ ਹੋਈ। ਮਹਾਕਾਵਿ ਲਿਖਿਆ ਜੀ ਨਨਕਾਇਣ। ਉਸ ਤੋਂ ਬਾਅਦ ਏਸ਼ੀਆ ਦਾ ਚਾਨਣ ਅਨੁਵਾਦਿਤ ਰਚਨਾ ਹੈ ਜੀ ਇਸ ਦੀ। ਇੱਕ ਤਾਂ ਮਹਾਕਾਵਿ ਇਹਨੇ ਲਿਖਿਆ ਨਨਕਾਇਣ। ਨਨਕਾਇਣ ਮਤਲਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ। ਇੱਕ ਦੂਸਰਾ ਏਸ਼ੀਆ ਦਾ ਚਾਨਣ, ਲਾਈਟ ਆਫ ਏਸ਼ੀਆ, ਜਿਹੜਾ ਇਹ ਵੀ ਤੁਹਾਨੂੰ ਦੱਸਾਂਗਾ ਮੈਂ ਮੇਰੇ ਵਾਲੇ ਨੋਟਸਾਂ ਦੇ ਵਿੱਚ, ਬਾਕੀ ਤੁਸੀਂ ਪੜ੍ਹ ਲਿਆ ਹੋਣਾ। ਕੁਸੁੰਭੜਾ, ਅੱਧ ਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜ਼ਮੀਰ, ਜੰਦਰੇ, ਬੂਹੇ, ਇਹ ਮਹੱਤਵਪੂਰਨ ਕਾਵਿ ਸੰਗ੍ਰਹਿ ਹੈ। ਵੱਡਾ ਵੇਲਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਵਿਭਿੰਨ ਪੜਾਵਾਂ ਵਿੱਚ ਵਿਕਾਸ ਕਰਦੀ ਹੋਈ। ਉਸ ਦੀ ਕਵਿਤਾ ਵਿੱਚ ਸੰਚਾਰ, ਰਿਦਮ, ਪ੍ਰਗੀਤਕਤਾ ਮਤਲਬ ਗੀਤ ਨਾਲ ਸੰਬੰਧਿਤ, ਗੀਤਕਾਰ ਵੀ ਹੈ ਪ੍ਰੋਫੈਸਰ ਮੋਹਨ ਸਿੰਘ। ਕੁਝ ਕੁ ਜਿਹੜੀਆਂ ਕਵਿਤਾਵਾਂ ਉਹ ਦੇ ਰੱਖੀਆਂ। ਸਭ ਤੋਂ ਪਹਿਲੀ ਮਾਂ ਕਵਿਤਾ ਦਿੱਤੀ ਹੈ, ਬਹੁਤ ਸ਼ਾਨਦਾਰ ਕਵਿਤਾ, ਛੋਟੀ ਜਿਹੀ ਕਵਿਤਾ ਲਿਖੀ ਹੈ ਅਤੇ ਬੜੀ ਪਿਆਰੀ ਲਿਖੀ ਹੈ। ਜਿਹੜੀ ਮਾਂ ਦਾ ਮਹੱਤਵ ਹੈ ਨਾ, ਜਿਹੜਾ ਮਾਂ ਦੇ ਮਾਇਨੇ ਕੀ ਆ, ਉਹ ਪ੍ਰੋਫੈਸਰ ਮੋਹਨ ਸਿੰਘ ਤੋਂ ਸੁਣੋ। ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਵਰਗਾ ਘਣ ਛਾਵਾਂ ਬੂਟਾ, ਮਾਂ ਦੀ ਉਪਮਾ ਘਣੀ ਛਾਂ ਵਾਲੇ ਬੂਟੇ ਨਾਲ ਕੀਤੀ ਹੈ। ਮਾਂ ਦੀ ਉਪਮਾ ਇੱਕ ਸੰਘਣੀ ਛਾਂ ਵਾਲਾ ਬੂਟਾ ਹੁੰਦਾ ਨਾ, ਉਹਦੇ ਨਾਲ ਕੀਤੀ ਹੈ। ਮਾਂ ਵਰਗਾ ਘਣ ਛਾਵਾਂ ਬੂਟਾ, ਕਵੀ ਕਹਿੰਦਾ ਮੈਨੂੰ ਨਜ਼ਰ ਨਹੀਂ ਆਉਂਦਾ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਰੱਬ ਨੇ ਉਸ ਮਾਂ ਤੋਂ ਛਾਂ ਉਧਾਰੀ ਲੈ ਕੇ ਸਵਰਗ ਬਣਾਏ। ਮਾਂ ਦੇ ਪੈਰਾਂ ਦੇ ਵਿੱਚ ਸਵਰਗ ਕਿਹਾ ਜਾਂਦਾ ਹੈ ਨਾ, ਅਤੇ ਪਿਤਾ ਦੇ ਪੈਰਾਂ ਵਿੱਚ ਛਿੱਤਰ। ਇਸ ਕਰਕੇ ਪਿਤਾ ਜੀ ਤੋਂ ਬਚ ਕੇ ਰਹੋ, ਆਪਣਾ ਕੰਮ ਸਮੇਂ ਸਿਰ ਕਰੋ, ਆਖੇ ਲੱਗਦੇ ਰਹੋ।
हाँ, बाकी कुल दुनिया के बूटे जड़ सुक्या मुरझाते, बाकी दुनिया के जिन्ने भी बूटे है वो जदों उन्हां दी जड़ सुक जाए उदों वो मुरझा जाते ने, बाकी दुनिया के बूटे। पर माँ एक ऐसा बूटा है ए पर फुल्लां दे मुरझाया ये बूटा सुक जाए, जिहदे फुੱਲ मुरझा जाण तां यह बूटा सुक जाता है। मतलब की हुंदा है भी जेकर उन्हां उस माँ दे धीआं पुत्त फुੱਲਾਂ दे मुरझाया, मतलब धी पुत्त जे कामयाब ना होण, जिवें मान लो किसी परेशानी दे विच आ जाण, किसी कठिनाई दे विच आ जाण, किसी दुविधा दे विच आ जाण, धी पुत्त आ जाए तां माँ सब तो पहलां डट के खड़ी हुंदी है, माँ नूं सब तो ज़्यादा परेशानी हुंदी है। सो ये कवि है जिहड़ा प्रोफैसर मोहन सिंह माँ के महत्व नूं दसदा है इस कविता दे विच। कण छावां मतलब संघना, मुरझा जाना मतलब कुमला जाना। अगे आ गई जी हाली दा गीत। हाली दा मतलब हुंदा है हल वाहुण वाला। हाली दा गीत किहने कविता लिखी है जी? प्रोफैसर मोहन सिंह ने। पहलां ध्यान रखियो, माँ कविता किहने लिखी है जी? प्रोफैसर मोहन सिंह ने। छोटे छोटे प्रश्न चेते विच रखियो बेटा जी। हाँ, बल्ले बल्ले बग्गिया शेरा, अशके अशके वगना तेरा, तू चलदा ते दुनिया चलदी, तू खलदा ते दुनिया खलदी, तेरे वर्गा केड़ा बली, सिंह उत्ते जिस दुनिया चली। तत्ता 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 तत्ता, ये शब्द है जिहड़ा तत्ता 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 तत्ता, ये वो नहीं गा भी हाय तत्ता, वो नहीं गा, वो शब्द नहीं गा। तत्ता का मतलब होंदा है बलद नूं हक्कण वास्ते वरतिया गया शब्द तत्ता। और जिवें अलग अलग है ना, भी जिवें मान लो भेडां बकरियां नूं चारन वाले आ जिहड़े वो अपने हिसाब नाल शब्द वरतदे आ, ते उवें ही बलद नूं हक्कण वास्ते जदों किरसान है जिहड़ा वो शब्द वरतदा तत्ता तत्ता। हाँ, बल्ले बल्ले बग्गिया शेरा, एक हाली है जिहड़ा हल वाहुण वाला अपने बलद नूं संबोधन कर रहा, संबोधित कर रहा, की कहंदा वो बल्ले बल्ले बग्गिया शेरा, अशके अशके वगना तेरा, तेरा मतलब चलना, तू चलदा ते दुनिया चलदी, तू खड़दा ते दुनिया खड़दी। भी जे तू चलदा है तो दुनिया चलदी है, जे तू खड़ जाना तो दुनिया खड़ जाती। तुसीं कहोगे सर किवें, भी बलद किवें? हुण देखो अगे एक पौराणिक मिथिहासक उदाहरण लिया है, मिथिहासक उदाहरण है जिहड़ा कहा जाता है कि दुनिया जिहड़ी है ये बलद दे सिंग ते टिकी हुई है। हाँ, तेरे वर्गा केड़ा बली, सिंह उत्ते जिस दुनिया चली, जिन्हें सारी दुनिया इस सिंह ते टकाई हुई है। तत्ता 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 तत्ता, झुल तेरी नूं लगे छब्बे, गल तेरे विच गानी फब्बे, तेरे जंग हमेला टलियां, मैं गावां यह मारन तलियां। तत्ता 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 तत्ता, झुल तेरी नूं लगे छब्बे, छब्बे हुंदे आ गुच्छे, गुच्छे दे विच गुच्छे। झुल मतलब उस बलद दे उपर पाया जाने वाला कपड़ा, झुल। झुल तेरी नूं लगे छब्बे, गल तेरे विच गानी फब्बे, तेरे गल दे विच गानी है जिहड़ी फब रही है। तेरे जंग हमेला टलियां, आ लिखिया होया जंग हमेला टलियां किहनूं कहंदे आ? सौखा बलद नूं सजाउण दा समान। अगे मखेरना आऊगा, मखेरना शब्द का तुसीं बहुत ध्यान रखना, खास करके बलद दे मत्थे दा शिंगार हुंदा है मखेरना। छब्बे मतलब होंगे गुच्छे, फब्बे मतलब सोहने लगने, चीरा लाल सूहे रंग की पग, चीरे वालिया। सुनिए ना सरताज का गाना सुनिया, मतलब लाल सूहे रंग की पग वालिया, मेरी लाल सूहा रंग तो नहीं है, खैर चलो भागा भरिया मतलब किस्मत वाला। आ जो भी हुण आपां पढ़ते हैं। झुल तेरी नूं लगे छब्बे, तेरे जिहड़ा वो कपड़ा पाया उसनूं गुच्छे लगे हुए आ, गल तेरे विच गानी फब्बे, तेरे जंग हमेला टलियां, तेनों सजाउण वास्ते समान तेरे पाया होया। मैं गावां यह मारन तलियां, जदों मैं गाउणा हाँ तां इह नाल, तो मतलब की है भी जदों मैं गाउणा तां तू तुरदा ते तेरे तुरन दे नाल नाल ये सारे वजदे आ, हिलदे आ। तत्ता 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 तत्ता, वोटी मेरी सज विआही। इत्थे की आ, हाली कह रहा है कि मेरी वोटी है जिहड़ी नवीं विआही है, किन्ना सारा दाज लियाई, बहुत सारा दहेज लियाई है। इत्थे एवें नहीं गा दहेज नूं प्रमोट नहीं करना। कवि प्रोफैसर मोहन सिंह ने दहेज नूं बिल्कुल प्रमोट नहीं किया। किते ऐ ना कहो भी प्रोफैसर मोहन सिंह की जिहड़ी कविता हाली का गीत उहदे विच हाली ने भी तो दाज लिया ही सीगा, असीं भी लवांगे, इस करके नहीं लेना। दाज वाली गड्डी नहीं लैनी ते दाज वाली गड्डी ते गोत नहीं लिखानी। ये चीज़ां जिहड़ियां बहुत काम दियां जिंदगी दे विच याद रखनी। पहली गल दाज नहीं लेना, 1 रुपया नहीं लेना। दाज नहीं लैण वाला उदाहरण तुहाडे सामने खड़ा है, बिल्कुल कोई इशू नहीं। परमात्मा ने बहुत कुछ दिता है, इस करके हमेशा सिदक सबर दे विच रहना। जे तुसी आपदी कमाई दे नाल अपना घर नहीं भर सके तां बेटा जी किसी दे 4 पैसिਆਂ दे नाल तुसी कुछ नहीं कर सकते।
ਕਿਸੇ ਦੇ ਪੈਸੇ ਨਾਲ ਤਾਂ ਬਿਲਕੁਲ ਵੀ ਨਹੀਂ, ਫਿਰ ਤਾਂ ਉਹ ਸੌਦੇਬਾਜ਼ੀ ਹੋ ਗਈ। ਸੌਦੇਬਾਜ਼ੀ ਕਰਨ ਤੋਂ ਗਰੇਜ਼ ਕਰਨਾ ਹੈ। ਜ਼ਿੰਦਗੀ 'ਚ ਸਫਲ ਜ਼ਿੰਦਗੀ ਜੀਵਨ ਦੇ ਤਰੀਕੇ ਹੈ। ਜ਼ਿੰਦਗੀ ਇੱਕ ਹੀ ਹੈ, ਕਿਤੇ ਐ ਤਾਂ ਹੈ ਨਹੀਂ ਵੀ ਜ਼ਿੰਦਗੀਆਂ ਦੋ ਆ ਅਤੇ ਇੱਕ ਜਿਵੇਂ ਮਰਜ਼ੀ ਆਪਦੀ ਬਿਤਾ ਲਓ ਅਤੇ ਦੂਜੀ ਜ਼ਿੰਦਗੀ ਵਧੀਆ ਵਧੀਆ ਕੱਟ ਲਾਂਗੇ, ਐਵੇਂ ਤਾਂ ਹੈ ਨਹੀਂ। ਜ਼ਿੰਦਗੀ ਇੱਕ ਆ, ਇਸੇ ਦੇ ਵਿੱਚ ਹੀ ਸਾਰਾ ਕੁਝ ਵੇਖਣਾ ਆਪਾਂ, ਦੁੱਖ ਸੁੱਖ ਇਸੇ ਦੇ ਵਿੱਚ ਹੀ ਹੈ। ਹਾਂ, ਵਹੁਟੀ ਮੇਰੀ ਸੱਜ ਵਿਆਹੀ, ਕਿੰਨਾ ਸਾਰਾ ਦਾਜ ਲਿਆਈ, ਵਿੱਚ ਲਿਆਈ ਚੀਰਾ ਮੇਰਾ, ਵਿੱਚ ਕੀ ਮੇਰੇ ਵਾਸਤੇ ਲਾਲ ਸੂਹੇ ਰੰਗ ਦੀ ਪੱਗ ਲਿਆਈ, ਨਾਲੇ ਇੱਕ ਮਖੀਰਨਾ ਤੇਰਾ, ਨਾਲੇ ਇੱਕ ਤੇਰੇ ਮੱਥੇ ਤੇ ਪਾਉਣ ਵਾਲਾ ਇੱਕ ਗਹਿਣਾ ਲਿਆਈਏ ਸੰਗਾਰਨ ਵਾਲਾ, ਤੱਤਾ 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 ਤੱਤਾ, ਇਹ ਮਖੀਰਨਾ ਭਾਗਾਂ ਭਰਿਆ ਮੇਰੀ ਸੱਜ ਵਿਆਹੀ ਜੜਿਆ। ਇਹ ਮਖੇਰਨੇ ਨੂੰ ਮੇਰੀ ਸੱਜ ਵਿਆਹੀ ਮੇਰੀ ਘਰਵਾਲੀ ਨੇ ਇਹ ਜੜਿਆ, ਮਤਲਬ ਇਸ ਨੂੰ ਸੋਹਣਾ ਬਣਾਇਆ ਫੁੰਮਣਾ ਅਤੇ ਜੰਜੀਰਾਂ ਨਾਲ, ਉਹਦੇ ਫੁੰਮਣੀਆਂ ਅਤੇ ਜੰਜੀਰੀਆਂ ਲਾਈਆਂ, ਘੁੱਗਿਆਂ ਅਤੇ ਤਸਵੀਰਾਂ ਨਾਲ, ਛੋਟੀਆਂ ਛੋਟੀਆਂ ਤਸਵੀਰਾਂ, ਘੁੱਗੇ ਨਹੀਂ ਹੁੰਦੇ ਜਿਹੜੇ ਆਪਣੇ ਸੰਖ ਸੀਪੀਆਂ, ਇਹਨਾਂ ਦੇ ਨਾਲ ਉਹ ਮਖੇਰਨਾ ਬਣਾ ਕੇ, ਤੱਤਾ 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 ਤੇਰਾ ਮੱਥੇ ਤੇਰੇ ਮਖੇਰਨਾ ਪਾ ਕੇ, ਨਾਲ ਝਾਂਜਣਾ ਪੈਰ ਸਜਾ ਕੇ, ਲਾ ਕੇ ਆਪਣੀ ਚਾਦਰ ਖੜਕਾ ਕੇ, ਡੱਬਾਂ ਵਿੱਚ ਰੁਪਈਏ ਪਾ ਕੇ, ਬਣ ਜਾਵਾਂਗੇ ਦੋਵੇਂ ਛੇਲੇ, ਫੇਰ ਚੱਲਾਂਗੇ ਆਪਾਂ ਮੇਲੇ, ਤੱਤਾ 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 ਤੱਤਾ। ਬੜੀ ਸ਼ਾਨਦਾਰ ਕਵਿਤਾ ਲਿਖੀ ਹੈ ਨਾ, ਹਾਲੀ ਦਾ ਗੀਤ। ਇਹ ਕਵਿਤਾ ਜਿਹੜੀ ਹੈ ਤੁਸੀਂ ਯਾਦ ਰੱਖਣੀ ਹੈ, ਬਸ ਇਹਨੂੰ ਸਿੱਧਾ ਯਾਦ ਕਰ ਲਿਓ। ਅਗਲੀ ਕਵਿਤਾ ਜਿਹੜੀ ਗੁਰੂ ਨਾਨਕ ਨੂੰ ਸੰਬੋਧਨ ਕੀਤਾ ਕਵੀ ਪ੍ਰੋਫੈਸਰ ਮੋਹਨ ਸਿੰਘ ਨੇ ਬੜੇ ਭਾਵਪੂਰਨ ਤਰੀਕੇ ਨਾਲ ਸ਼ਿਕਾਇਤ ਕੀਤੀ ਹੈ। ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸ਼ਿਕਾਇਤ ਦੇਖਦੇ ਹਾਂ ਕਿਵੇਂ ਕੀਤੀ ਹੈ। ਹਾਂ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਹੇ ਬਾਬਾ ਤੇਰਾ ਵਤਨ ਜਿਹੜਾ ਦੇਸ਼ ਹੈ ਜਿਹੜਾ ਉਹ ਵੀਰਾਨ ਹੋ ਗਿਆ, ਸੁੰਨਾ ਹੋ ਗਿਆ, ਰੱਬ ਦੇ ਘਰ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਜਿਹੜਾ ਮਤਲਬ ਕੀ ਆ ਵੀ ਉਹ ਕਹਿੰਦੇ ਆ ਨਾ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਜੇ, ਸੋ ਇੱਥੇ ਉਹ ਜਿਹੜਾ ਹੈਗਾ ਉਦਾਹਰਣ, ਉਹ ਜਿਹੜਾ ਮੁਹਾਵਰਾ ਅਖਾਣ ਹੈ ਜਿਹੜਾ ਉਹ ਇੱਥੇ ਢੁਕਦਾ, ਉਹ ਅਖਾਣ ਵੀ ਵਾੜੀ ਜਦੋਂ ਖੇਤ ਨੂੰ ਖਾਣ ਲੱਗ ਜੇ, ਰੱਬ ਦੇ ਘਰ ਦਾ ਰਾਖਾ ਹੀ ਮੁੜ ਜਦੋਂ ਸ਼ੈਤਾਨ ਬਣ ਜੇ। ਹਾਂ, ਅੱਗੇ ਕਲਯੁਗ ਹੈ ਰੱਥ ਅਗਨ ਦਾ ਤੂੰ ਆਪ ਆਖਿਆ, ਮੁੜ ਕੂੜ ਉਸ ਰੱਥ ਦਾ ਰੱਥਵਾਨ ਹੋ ਗਿਆ। ਕਲਯੁਗ ਹੈ ਰੱਥ ਅਗਨ ਦਾ, ਰੱਥ ਹੈ ਜਿਹੜਾ ਕਲਯੁਗ ਦਾ, ਜਿਹੜਾ ਉਹ ਅਗਨੀ ਦਾ ਰੱਥ ਹੈ, ਅੱਗ ਦਾ ਅਰਥ ਹੈ। ਕਲਯੁਗ ਦੀ ਉਪਮਾ ਜਿਹੜੀ ਉਹ ਅੱਗ ਦੇ ਨਾਲ ਕੀਤੀ ਹੈ। ਕਲਯੁਗ ਇੱਕ ਹੁੰਦਾ ਸਤਯੁਗ, ਇੱਕ ਤ੍ਰੇਤਾ, ਫਿਰ ਦੁਆਪਰ, ਫਿਰ ਕਲਯੁਗ। ਆਧੁਨਿਕ ਸਮੇਂ ਨੂੰ ਕਲਯੁਗ ਕਿਹਾ ਜਾਂਦਾ ਹੈ। ਰੱਥ ਅਗਨ ਦਾ ਤੂੰ ਆਪ ਆਖਿਆ, ਇਹ ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਲਯੁਗ ਰੱਥ ਅਗਨ ਕਾ। ਆਸਾ ਦੀ ਵਾਰ ਦੇ ਵਿੱਚ ਮੈਨੂੰ ਲੱਗਦਾ ਕਿਹਾ ਹੈ, ਉਸ ਪੰਕਤੀ ਨੂੰ ਉਠਾਇਆ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਹੇ ਗੁਰੂ ਨਾਨਕ ਤੂੰ ਕਿਹਾ ਸੀਗਾ ਵੀ ਕਲਯੁਗ ਹੈ ਰੱਥ ਅਗਨ ਦਾ, ਵੀ ਕਲਯੁਗ ਜਿਹੜਾ ਰੱਥ ਹੈ ਉਹ ਅਗਨੀ ਦਾ ਰੱਥ ਹੈ, ਮੁੜ ਕੂੜ ਉਸ ਰੱਥ ਦਾ ਰਥਵਾਨ ਹੋ ਗਿਆ। ਰਥਵਾਨ ਹੁੰਦਾ ਰੱਥ ਨੂੰ ਚਲਾਉਣ ਵਾਲਾ, ਉਸ ਰੱਥ ਦਾ ਰਥਵਾਨ ਹੁਣ ਝੂਠ ਹੋ ਗਿਆ। ਕੂੜ ਮਤਲਬ ਝੂਠ ਬਣ ਗਿਆ। ਜੋ ਖਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆ, ਵਣ ਦਰਖਤ ਦੇ ਥੱਲੇ ਸੁੱਤਿਆ। ਜੋ ਖਾਬ, ਜੋ ਸੁਪਨਾ ਤੂੰ ਭਾਰਤ ਪੰਜਾਬ ਦੇਸ਼ ਲਈ ਦੇਖਿਆ ਸੀਗਾ ਸੋਹਣਾ, ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ। ਉਹ ਤੇਰਾ ਖਾਬ, ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਵੀ ਉਹ ਪਰੇਸ਼ਾਨ ਹੋ ਗਿਆ, ਮਤਲਬ ਉਹ ਖਾਬ ਸੱਚਾਈ ਸੱਚ ਨਹੀਂ ਹੋ ਸਕਣਾ। ਅੱਗੇ ਦੇਖਦੇ ਹਾਂ, ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ। ਉਲੰਬੜੇ ਦਾ ਮਤਲਬ ਹੁੰਦਾ ਅੱਗਾਂ, ਖੂਨ ਦਾ ਨਾਣ ਜਿਹਨੂੰ ਕਹਿ ਦਿੰਦੇ ਆ। ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ, ਜਿਹੜੇ ਤੇਰੀ ਦੇਸ਼ ਦੀ ਹਿੱਕ ਉੱਤੇ ਅੱਗ ਜਿਹੜੀ ਬਲ ਰਹੀ ਹੈ। ਪੰਜਾਂ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ। ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ, ਮਤਲਬ ਪੰਜ ਜਿਹੜੇ ਦਰਿਆ ਉਹਨਾਂ ਨੂੰ ਕਿਹਾ ਜਾਂਦਾ ਪੰਜ ਪਾਣੀ। ਪੰਜਾਂ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ। ਉਹ ਚੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ, ਤੇਰੇ ਦੇਸ਼ ਦੇ ਉੱਪਰ ਕਿੰਨੀਆਂ ਮਤਲਬ ਕਿਤੇ ਤਾਂ ਫਿਰਕੂ ਪ੍ਰਸਤੇ ਦੀ, ਕਿਤੇ ਜਾਤੀਵਾਦ ਦੀ, ਕਿਤੇ 1947 ਦੀ ਵੰਡ ਦੀ, ਕਿਤੇ 1984 ਦੀ, ਕਿੰਨੀਆਂ ਮਾਰੂ ਹਨੇਰੀਆਂ। ਉੱਡ ਕੇ ਸਾਡਾ ਅਲਾਣਾ, ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ। ਸੌਰੀ, ਅਲਾਣਾ ਨਹੀਂ ਆਲਣਾ, ਆਲਣਾ ਘੋਂਸਲਾ ਜਿਹਨੂੰ ਹਿੰਦੀ ਦੇ ਵਿੱਚ ਆਪਾਂ ਕਹਿੰਦੇ ਹਾਂ, ਉਹ ਸਾਡਾ ਆਲਣਾ ਜਿਹੜਾ ਉਹ ਕੱਖ ਕਾਨ ਹੋ ਗਿਆ, ਕੱਖ ਹੋ ਗਿਆ। ਜੁਗਾਂ ਦੀ ਸਾਂਝੀ ਸੱਭਿਅਤਾ ਪੈਰੀਂ ਲਿਤੜ ਗਈ। ਜਿਹੜੀ ਜੁਗਾਂ ਤੋਂ ਸਾਡੀ ਸਾਂਝੀ ਸੱਭਿਅਤਾ ਸੀ ਉਹ ਪੈਰਾਂ ਦੇ ਵਿੱਚ ਲਿਤੜੀ ਗਈ, ਉਹ ਖਤਮ ਹੋ ਗਈ। ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਣ ਹੋ ਗਿਆ। ਖੂਨ ਦਾ ਨਾਣ ਹੋਣਾ ਮਤਲਬ ਹੁੰਦਾ ਆਪਣਾ ਵੀ ਆਪਣਾ ਨਾ ਰਹਿ ਜੇ, ਜਦੋਂ ਉਹਨੂੰ ਕਿਹਾ ਜਾਂਦਾ ਖੂਨ ਦਾ ਨਹਾਉਣ ਹੋਣਾ। ਖੂਨ ਦਾ ਨਹਾਉਣ ਹੋਣਾ ਇੱਕ ਮੁਹਾਵਰਾ ਹੈ, ਜਦੋਂ ਆਪਣਾ ਕੋਈ ਆਪਣਾ ਨਾ ਰਹਿ ਜੇ, ਆਪਣਾ ਖੂਨ ਆਪਣਾ ਨਾ ਰਹਿ ਜੇ, ਉਹਨੂੰ ਕਿਹਾ ਜਾਂਦਾ ਖੂਨ ਦਾ ਨਹਾਉਣਾ ਹੋਣਾ। ਵੰਡ ਬੈਠੇ ਤੇਰੇ ਪੁੱਤ ਨੇ
ਸਾਂਝੇ ਸਵਰਗ ਨੂੰ ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ। ਤੇਰੇ ਜਿਹੜੇ ਪੁੱਤ ਸੀਗੇ ਉਹ ਕੀ ਆ ਵੀ ਨਰਕ ਤੇ ਸਵਰਗ ਨੂੰ ਵੀ ਵੰਡ ਬੈਠੇ। ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਇੱਧਰ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ। ਧਰਮ ਗ੍ਰੰਥਾਂ ਤੇ ਮੰਦਰਾਂ ਦੇ ਵਿੱਚੋਂ ਪਰਮਾਤਮਾ ਦਾ ਜਸ ਚਲੇ ਗਿਆ ਤੇ ਇੱਧਰ ਕੀ ਹੋਇਆ, ਮਸੀਤ ਦੇ ਵਿੱਚੋਂ ਬਾਹਰ ਕੁਰਾਨ ਹੈ ਜਿਹੜੀ ਉਹ ਬਾਹਰ ਹੋ ਗਈ। ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕਹਿਣ ਦਾ ਮਤਲਬ ਨਾ ਤੇ ਹਿੰਦੂਆਂ ਦੇ ਵਿੱਚ ਹੀ ਧਾਰਮਿਕਤਾ ਰਹੀ, ਨਾ ਮੁਸਲਮਾਨਾਂ ਦੇ ਵਿੱਚ ਹੀ ਰਹੀ। ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਦੂਰ ਦੋਹਾਂ ਦਾ ਅਪਮਾਨ ਹੋ ਗਿਆ। ਹਿੰਦਵਾਣੀਆਂ ਮਤਲਬ ਹਿੰਦੂ ਦੇ ਘਰ ਵਾਲੀ ਹਿੰਦਵਾਣੀ ਤੇ ਤੁਰਕ ਦੇ ਘਰ ਵਾਲੀ ਤੁਰਕਾਣੀ। ਦੋਨਾਂ ਦਾ ਕੀ ਹੈ ਵੀ ਦੋਨੇ, ਇੱਕ ਹਿੰਦੂ ਹੈ, ਇੱਕ ਹਿੰਦੂ ਧਰਮ ਦੇ ਨਾਲ ਰਿਲੇਟਡ ਹੈ, ਇੱਕ ਮੁਸਲਮਾਨ। ਦੋਹਾਂ ਦੀ ਇੱਜ਼ਤ ਗਈ, ਬੁਰਕੇ ਸੰਦੂਰ ਦੋਹਾਂ ਦਾ ਅਪਮਾਨ ਹੋ ਗਿਆ। ਜਿਹੜੀਆਂ ਤਾਂ ਤੁਰਕਾਣੀਆਂ ਉਹ ਬੁਰਕੇ ਪਾਉਂਦੀਆਂ, ਜਿਹੜੀਆਂ ਹਿੰਦਵਾਣੀਆਂ ਜਿਹੜੀਆਂ ਉਹ ਸੰਦੂਰ ਲਾਉਂਦੀਆਂ। ਦੋਨਾਂ ਦਾ ਅਪਮਾਨ ਹੋਇਆ ਕਿਉਂਕਿ ਦੋਨਾਂ ਪਾਸੇ 1947 ਦੇ ਵਿੱਚ ਕਿੰਨਾ ਮਤਲਬ 1947 ਦੀ ਘਟਨਾ 'ਤੇ ਲਿਖਿਆ ਗਿਆ ਹੈ। 1947 ਦੇ ਵਿੱਚ ਕਿੰਨੇ ਹਾਲਾਤ ਮਾੜੇ ਹੋਏ, ਕਿੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਹੋਏ। ਤੁਸੀਂ ਦੇਖਦੇ ਹੋ ਨਾ, ਤੁਸੀਂ ਪੜ੍ਹਦੇ ਹੋ ਜਾਂ ਮੰਨ ਲਓ ਜਾਂ ਕੋਈ ਫਿਲਮ ਵਗੈਰਾ ਦੇ ਵਿੱਚ ਦਿਖਾਇਆ ਜਾਂਦਾ ਤਾਂ ਕਿੰਨਾ ਮਤਲਬ ਦ੍ਰਿਸ਼ ਲੱਗਦਾ ਹੈ ਨਾ। ਸੋ ਇਹ ਘਟਨਾਵਾਂ ਦੋਨਾਂ ਪਾਸੇ ਹੋਈਆਂ। ਹਾਂ, ਇੱਕ ਪਾਸੇ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੀ ਹਿੰਦੁਸਤਾਨ ਹੋ ਗਿਆ। ਕੋਈ ਦਿੱਕਤ ਨਹੀਂ, ਪਾਕਿਸਤਾਨ ਤੇ ਹਿੰਦੁਸਤਾਨ ਬਣ ਗਏ। ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ, ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ। ਤੇਰੀਆਂ ਦੋਨਾਂ ਅੱਖਾਂ ਦਾ, ਹਿੰਦੁਸਤਾਨ ਅਤੇ ਪਾਕਿਸਤਾਨ, ਹੈ ਗੁਰੂ ਨਾਨਕ ਤੇਰੀਆਂ ਦੋ ਅੱਖਾਂ, ਇੱਕ ਹਿੰਦੁਸਤਾਨ ਤੇ ਇੱਕ ਪਾਕਿਸਤਾਨ, ਦੋਨਾਂ ਦਾ ਨੁਕਸਾਨ ਹੋ ਗਿਆ। ਕੁਝ ਐਸਾ ਕੁਫਰ ਤੋਲਿਆ ਈਮਾਨ ਵਾਲਿਆ ਕਿ ਕੁਫਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ। ਕੁਫਰ ਤੋਲਣਾ ਦਾ ਮਤਲਬ ਹੁੰਦਾ ਝੂਠ ਬੋਲਣਾ। ਕੁਫਰ ਤੋਲਣਾ ਇੱਕ ਮੁਹਾਵਰਾ ਹੈ ਜਿਹਦਾ ਮਤਲਬ ਹੈ ਝੂਠ ਬੋਲਣਾ। ਕੁਫਰ ਦਾ ਸ਼ਾਬਦਿਕ ਅਰਥ ਝੂਠ ਹੁੰਦਾ ਹੈ, ਕੁਫਰ। ਈਮਾਨ ਵਾਲਿਆਂ ਮਤਲਬ ਧਰਮ ਵਾਲਿਆਂ ਨੇ, ਦੀਨ ਇਮਾਨ ਵਾਲਿਆਂ ਨੇ ਐਸਾ ਝੂਠ ਬੋਲਿਆ ਕਿ ਕੁਫਰ ਤੋਂ ਵੀ ਹੌਲਾ ਈਮਾਨ ਹੋ ਗਿਆ। ਜਿਹੜਾ ਈਮਾਨ ਸੀ, ਜਿਹੜਾ ਧਰਮ ਸੀ, ਉਹ ਕੁਫਰ ਤੋਂ, ਝੂਠ ਤੋਂ ਵੀ ਹੌਲਾ ਹੋ ਗਿਆ। ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ, ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ ਨਾਲ ਇਤਿਹਾਸਕ ਇੱਕ ਜੁੜੀ ਵੀ ਹੈ ਨਾ, ਕੋਧਰੇ ਦੀ ਰੋਟੀ। ਕੋਧਰਾ ਬਾਜਰੇ ਵਰਗੀ ਇੱਕ ਹੁੰਦੀ ਹੈ ਫਸਲ, ਕੋਧਰਾ। ਆਪਾਂ ਬਾਬੇ ਫਰੀਦ ਦੇ ਸਲੋਕਾਂ ਦੇ ਵਿੱਚ ਇਹ ਪੜ੍ਹਿਆ ਸੀ, ਕੋਧਰਾ ਸ਼ਬਦ, ਹੈ ਨਾ। ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ, ਕੋਧਰਾ ਸ਼ਬਦ ਆਇਆ ਸੀ ਉੱਥੇ। ਇੱਥੇ ਵੀ ਆ ਗਿਆ ਵੀ ਉਹ ਭਾਈ ਲਾਲੋ ਦੇ ਘਰੇ ਜਾਂਦੇ ਆ, ਉੱਧਰੋਂ ਮਲਕ ਭਾਗੋ ਆਉਂਦਾ ਹੈ ਨਾ। ਇਸ ਤਰ੍ਹਾਂ ਕਰਕੇ ਉਹ ਜਿਹੜੀ ਕੋਧਰੇ ਦੀ ਰੋਟੀ ਖਾਂਦੇ ਆ ਭਾਈ ਲਾਲੋ ਦੇ ਘਰੇ ਗੁਰੂ ਨਾਨਕ ਦੇਵ ਜੀ, ਇੱਕ ਇਤਿਹਾਸਕ ਕਥਾ ਆਉਂਦੀ ਹੈ ਜਿਹੜੀ। ਹਾਂ, ਮੁੜ ਮੈਦੇ ਬਾਸਮਤੀਆਂ ਦਾ ਆਦਰ ਵੱਧ ਗਿਆ। ਮੈਦਾ, ਹੁਣ ਤਾਂ ਅੱਜ ਕੱਲ੍ਹ ਮੈਦਾ ਹੀ ਚੱਲਦਾ, ਹਰ ਚੀਜ਼ ਮੈਦੇ ਦੀ ਬਣੀ ਵੀ ਹੈ, ਹਰ ਵਸਤੂ ਮੈਦੇ ਦੀ ਬਣੀ। ਆਟੇ ਦੀ ਨਾਮ ਤਾਂ ਕੋਈ ਚੀਜ਼ ਹੀ ਨਹੀਂ ਰਹਿ ਗਿਆ। ਕੋਧਰਾ ਵਗੈਰਾ ਕੌਣ ਖਾਂਦਾ? ਲੋਕ ਆ ਬਾਜਰਾ ਵਗੈਰਾ, ਮੱਕੀ ਵਗੈਰਾ, ਇਹ ਚੀਜ਼ਾਂ ਤਾਂ ਅੱਜ ਕੱਲ੍ਹ ਇਹ ਵੀ ਬਜ਼ਾਰੂ ਹੋ ਗਈਆਂ, ਹੈ ਨਾ। ਆਦਰ ਹੈ ਵਧਿਆ, ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ। ਮੁੜ ਭਾਗਵਾਂ ਦੀ ਚਾਦਰੀ ਛਿੱਟੇ ਨੇ ਖੂਨ ਦੇ, ਮੁੜ ਲਾਲੂਆਂ ਦੇ ਖੂਨ ਦਾ ਨੁਚੜਾਨ ਹੋ ਗਿਆ। ਉਹੀ ਤੁਹਾਨੂੰ ਇਤਿਹਾਸਕ ਕਥਾ ਮੈਂ ਯਾਦ ਜਿਹੜੀ ਕਰਵਾਈ ਹੈ। ਲਾਲੋ ਮਤਲਬ ਭਾਈ ਲਾਲੋ ਤੇ ਭਾਗੋ ਮਤਲਬ ਮਲਕ ਭਾਗੋ, ਦੋ। ਭਾਈ ਲਾਲੋ ਸੀ ਜਿਹੜਾ ਬਹੁਤ ਗਰੀਬ ਸੀ ਤੇ ਇੱਕ ਸੀ ਮਲਕ ਭਾਗੋ ਤੇ ਉਹ ਸੀ ਬਹੁਤ ਅਮੀਰ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਾਵਾਂ ਇੱਥੇ, ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਰਾਮਗੜੀਆ ਜਾਤ ਦੇ ਨਾਲ ਰਿਲੇਟਡ ਹੋਣ, ਮਿਸਤਰੀ ਹੋਣ। ਮੈਂ ਨਹੀਂ ਹਾਂ, ਤੁਹਾਨੂੰ ਇਹ ਤਾਂ ਪਤਾ ਹੋਣਾ ਵੀ ਅਸਲ ਦੇ ਵਿੱਚ ਨਾ ਬਾਬੇ ਵਿਸ਼ਵਕਰਮੇ ਦਾ ਆਪਣੇ ਨਾਲ ਕੋਈ ਸੰਬੰਧ ਨਹੀਂ। ਮੈਂ ਕਿਸੇ ਧਰਮ 'ਤੇ ਕਟਾਕਸ਼ ਨਹੀਂ ਕਰਦਾ ਗਾ। ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਵੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਸੀਗਾ ਜਿਹੜਾ ਉਹ ਰਾਮਗੜੀਆ ਸੀਗਾ। ਭਾਈ ਲਾਲੋ ਸੀ ਜਿਹੜਾ ਉਹ ਰਾਮਗੜੀਆ ਸੀਗਾ। ਗੁਰੂ ਨਾਨਕ ਦੇਵ ਜੀ ਇਤਿਹਾਸ ਦੇ ਵਿੱਚ ਆਉਂਦਾ ਵੀ 22 ਦਿਨ ਇਹਦੇ ਘਰੇ ਰਹੇ। ਉਹਨੇ 22 ਦੇ 22 ਦਿਨ ਨਵੀਂ ਮੰਜੀ ਬਣਾ ਕੇ, ਵਧੀ ਨਵੀਂ ਮੰਜੀ ਘੜ ਕੇ ਗੁਰੂ ਨਾਨਕ ਦੇਵ ਜੀ ਨੂੰ ਉਹਦੇ 'ਤੇ ਪਾਉਣਾ। ਕੋਧਰੇ ਦੀ ਰੋਟੀ ਜਿਹੜੀ ਇਹ ਭਾਈ ਲਾਲੋ ਦੇ ਘਰੇ ਖਾਧੀ ਹੈ। ਤੁਹਾਨੂੰ ਸ਼ਾਇਦ ਮੈਂ ਯਾਦ ਕਰਵਾਉਣਾ ਇੱਕ ਇਤਿਹਾਸ, ਆਪਣੇ ਆਪ ਨੂੰ ਯਾਦ ਰੱਖਿਆ ਕਰੋ ਇਹਨਾਂ ਚੀਜ਼ਾਂ ਨੂੰ। ਮੈਂ ਹਮੇਸ਼ਾ ਕਹਿੰਦਾ ਰਹਿੰਦਾ, ਗੁਰੂ ਨਾਨਕ ਦੇਵ ਜੀ ਤੋਂ ਵੱਡਾ ਫਿਲਾਸਫਰ ਕੋਈ ਨਹੀਂ ਹੈਗਾ। ਜੋ ਮਤਲਬ ਗਿਆਨ ਗੁਰੂ ਨਾਨਕ ਦੇਵ ਜੀ ਨੂੰ, ਉਸ ਦੇ ਨੇੜੇ ਤੇੜੇ ਨਹੀਂ ਕੋਈ। ਆ ਕੁੜੀਆਂ ਵਗੈਰਾ, ਤੁਸੀਂ ਤਾਂ ਮੈਂ ਕਹਿੰਦਾ ਵੀ ਸਵੇਰੇ ਉੱਠ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਇੱਕ ਵਾਰੀ ਜ਼ਰੂਰ ਟੇਕ ਲਿਆ ਕਰੋ। ਕਾਰਨ ਕੀ ਹੈ? ਕਿਉਂਕਿ ਉਹ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ 'ਤੇ ਆਏ ਨਾ, ਤੇ ਉਦੋਂ ਔਰਤ ਦੀ ਹਾਲਾਤ ਬਹੁਤ ਮਾੜੀ ਸੀ। ਔਰਤ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ। ਉਦੋਂ ਸਭ ਤੋਂ ਪਹਿਲਾਂ ਔਰਤ ਦੇ ਹੱਕ ਦੇ ਵਿੱਚ ਆਵਾਜ਼ ਦੇਣ ਵਾਲਾ ਜੇ ਕੋਈ ਧਾਰਮਿਕ ਗੁਰੂ, ਜੇ ਕੋਈ ਪੈਗੰਬਰ ਹੋਇਆ ਤਾਂ ਉਹ ਗੁਰੂ ਨਾਨਕ ਦੇਵ ਜੀ ਹੋਇਆ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ, ਇਤਿਹਾਸ ਦੇ ਵਿੱਚ ਯਾਦ ਰੱਖਿਆ ਕਰੋ। ਮੇਰੇ ਘਰੇ ਭਾਈ ਲਾਲੋ ਦੀ ਫੋਟੋ ਲੱਗੀ ਹੈ, ਹੋਰ ਨਹੀਂ ਕਿਸੇ ਦੀ। ਮੈਂ ਗੱਲ ਕਰਦਾ ਵੈਸੇ ਇੱਕ ਨੋਰਮਲ ਤੁਹਾਡੇ ਨੂੰ ਦੱਸਦਾ ਹਾਂ ਵੀ ਇੱਕ ਮਤਲਬ ਮੈਨੂੰ ਗੱਲ ਵਿੱਚ ਯਾਦ ਆ ਗਈ। ਹਾਂ, ਆਪਣੇ ਪੁਆਇੰਟ 'ਤੇ ਆ ਜਾਓ ਹੁਣ, ਬਸ ਗੱਲ ਹੋ ਗਈ ਜਿਹੜੀ ਹੋਣੀ ਸੀ। ਮੁੜ ਭਾਗੂਆਂ ਦੀ ਚਾਦਰੀ ਛਿੱਟੇ ਨੇ ਖੂਨ ਦੇ, ਭਾਗੋ ਜਿਹੜਾ ਮਲਕ ਭਾਗੋ ਦੀ ਚਾਦਰ 'ਤੇ ਖੂਨ ਦੇ ਛਿੱਟੇ ਪਏ ਹੋਏ ਆ।
ਤੇ ਲਾਲੋਆਂ ਦੇ ਖੂਨ ਦਾ ਨਚੜਾਨ ਹੋ ਗਿਆ। ਤੇ ਲਾਲੋ ਜਿਹੜਾ ਉਹਦਾ ਖੂਨ ਆ ਜਿਹੜਾ ਉਹ ਨਿਚੜ ਗਿਆ। ਕਹਿਣ ਦਾ ਮਤਲਬ ਕੀ ਹੈ ਵੀ ਚੰਗੇ ਬੰਦਿਆਂ ਦੇ ਖੂਨ ਆ ਜਿਹੜਾ ਉਹ ਨਿਚੜ ਗਿਆ। ਚੰਗੇ ਬੰਦੇ ਆ ਜਿਹੜੇ ਉਹ ਵਿਚਾਰੇ ਇਸ ਦੁਨੀਆ ਤੇ ਕਮਜ਼ੋਰ ਪੈ ਗਏ। ਫਿਰ ਉੱਚਿਆਂ ਦੇ ਮਹਿਲਾਂ ਤੇ ਸੋਨਾ ਮੜੀ ਰਿਹਾ। ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਣ ਹੋ ਗਿਆ। ਉੱਚਿਆਂ ਦੇ ਜਿਹੜੇ ਮਹਿਲਾਂ ਤੇ ਸੋਨਾ ਮੜਿਆ ਜਾ ਰਿਹਾ ਤੇ ਨੀਵਿਆਂ ਦੀ ਜਿਹੜੀ ਕੁੱਲੀ ਹੈ ਵਿਚਾਰੀ ਉਹਦਾ ਵੀ ਬੁਰੇ ਹਾਲ ਹੋ ਗਏ। ਉਸ ਸੂਰ ਉਸ ਗਾਏ ਦਾ ਹੱਕ ਨਾਰਾ ਲਾਇਆ ਤੂੰ, ਪਰ ਹੱਕ ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ। ਹੱਕ ਦਾ ਵਿਰੋਧੀ ਸ਼ਬਦ ਹੁੰਦਾ ਨਿਹੱਕ। ਉਸ ਸੂਰ ਉਸ ਗਾਏ ਪੜ੍ਹਿਆ ਸੀ ਨਾ ਤੁਸੀਂ, ਹੈ ਨਾ। ਆਪਾਂ ਗੁਰੂ ਨਾਨਕ ਦੇਵ ਜੀ ਵਾਲਾ ਚੈਪਟਰ ਹੁਣ ਤੁਸੀਂ ਦੁਬਾਰੇ ਯਾਦ ਕਰਿਓ। 11ਵੀਂ ਵਾਲੀ ਬੁੱਕ ਦੇ ਵਿੱਚ ਦਿੱਤਾ ਹੋਇਆ ਜਿਹੜਾ ਕਿ ਆਪਣੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਹੈ ਨਾ। ਵੀ ਪਰਾਇਆ ਹੱਕ ਆ ਜਿਹੜਾ ਉਹ ਇੱਕ ਮੁਸਲਮਾਨ ਵਾਸਤੇ ਤਾਂ ਸੂਰ ਹੱਤਿਆ ਦੇ ਬਰਾਬਰ ਹੈ ਤੇ ਹਿੰਦੂ ਵਾਸਤੇ ਗਊ ਦੀ ਹੱਤਿਆ ਦੇ ਬਰਾਬਰ ਹੈ, ਕਿਉਂਕਿ ਦੋਨਾਂ ਦੇ ਧਰਮ ਜਿਹੜੇ ਪਵਿੱਤਰ, ਦੋਨੇ ਪਵਿੱਤਰ ਮੰਨਦੇ ਆ। ਮੁਸਲਮਾਨ ਸੂਰ ਨੂੰ ਪਵਿੱਤਰ ਮੰਨਦੇ ਆ ਤੇ ਹਿੰਦੂ ਲੋਕ ਆ ਜਿਹੜੇ ਉਹ ਗਊ ਮਾਤਾ ਨੂੰ ਪਵਿੱਤਰ ਮੰਨਦੇ ਆ। ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ। ਮੁੜ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ। ਉਹ ਆਉਂਦਾ ਹੈ ਨਾ, ਖੂਨ ਕੇ ਸੋਲੇ ਗਾਵੀਏ ਨਾਨਕ ਰਾਤ ਕਾ ਕੁੰਗੂ ਪਾਏ ਵੇ ਲਾਲੋ। ਆਪਾਂ ਬਾਬਰ ਬਾਣੀ ਪੜ੍ਹੀ ਸੀ ਨਾ, ਬਾਬਰ ਬਾਣੀ ਦੇ ਵਿੱਚ ਆਉਂਦਾ ਖੂਨ ਕੇ ਸੋਹਲੇ। ਇੱਥੇ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਵੀ ਮੈਨੂੰ ਫਿਰ ਉਹ ਖੂਨ ਦੇ ਸੋਹਲੇ ਗਾਉਣੇ ਪਏ, ਪਾ ਪਾ ਕੇ ਕੁੰਗੂ ਰਤ ਦਾ ਰਤ ਲਾਣ ਹੋ ਗਿਆ। ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾ ਮੈਂ, ਆਇਆ ਨਾ ਤੈਂ ਕੀ ਦਰਦ ਇੰਨਾ ਕਾਣ ਹੋ ਗਿਆ। 1947 ਦੇ ਉਸ ਦ੍ਰਿਸ਼ ਨੂੰ ਵੇਖ ਕੇ ਪ੍ਰੋਫੈਸਰ ਮੋਹਨ ਸਿੰਘ ਇੰਨਾ ਮਤਲਬ ਭਾਵੁਕ ਹੋਇਆ। ਉਹ ਕਹਿੰਦਾ ਵੀ ਜਿਵੇਂ ਤੂੰ ਰੱਬ ਨੂੰ ਵੰਗਾਰਿਆ ਸੀ, ਤੁਹਾਨੂੰ ਪਤਾ ਹੋਣਾ, ਯਾਦ ਹੋਣੀ ਹੈ ਗੱਲ, ਮੈਂ ਤੁਹਾਨੂੰ ਦੱਸੀ ਸੀ। ਗੁਰੂ ਨਾਨਕ ਦੇਵ ਜੀ ਨੇ ਜਦੋਂ ਅਹਿਮਦਾਬਾਦ ਦੇ ਵਿੱਚ ਜਦੋਂ ਬਾਬਰ ਦੀ ਜਿਹੜੀ ਤਸਦਦ ਬਾਬਰ ਨੇ ਜਦੋਂ ਹਿੰਸਾ ਜਿਹੜੀ ਉੱਥੇ ਕੀਤੀ, ਉਹਨੂੰ ਵੇਖ ਕੇ ਤਾਂ ਉਹਨਾਂ ਨੇ ਕੀ ਕਿਹਾ ਸੀਗਾ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਵੀ ਇੰਨੀ ਦੁਨੀਆ ਜਿਹੜੀ ਉਹ ਕਰਲਾ ਰਹੀ ਹੈ ਤੇ ਹੇ ਰੱਬਾ ਤੈਨੂੰ ਕੋਈ ਦਰਦ ਨਹੀਂ ਆਇਆ, ਤੇਰੇ ਹਿਰਦੇ ਦੇ ਵਿੱਚ ਕੋਈ ਦਰਦ ਨਹੀਂ। ਸੋ ਇੱਕ ਉਲਾਂਭਾ ਦਿੱਤਾ ਰੱਬ ਨੂੰ। ਪ੍ਰੋਫੈਸਰ ਮੋਹਨ ਸਿੰਘ ਨੇ ਉਹੀ ਉਲਾਂਭਾ ਵੰਗਾਰ ਦੇ ਰੂਪ ਵਿੱਚ, ਉਹੀ ਵੰਗਾਰਨਾ ਕਿਸੇ ਨੂੰ, ਮਤਲਬ ਕਿ ਉਹੀ ਵੰਗਾਰ ਜਿਹੜੀ ਹੈ ਉਹ ਕਿਹਨੂੰ ਦਿੱਤੀ ਆ, ਉਹ ਕਿਹਨੂੰ ਵੰਗਾਰਿਆ, ਗੁਰੂ ਨਾਨਕ ਦੇਵ ਜੀ ਨੂੰ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਵੰਗਾਰਿਆ, ਉਵੇਂ ਪ੍ਰੋਫੈਸਰ ਮੋਹਨ ਸਿੰਘ ਗੁਰੂ ਨਾਨਕ ਨੂੰ ਕਵਿਤਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੰਗਾਰ ਰਿਹਾ। ਕੀ ਕਹਿੰਦਾ, ਆਇਆ ਨਾ ਤੈਂ ਕੀ ਦਰਦ ਇੰਨਾ ਕਾਣ ਹੋ ਗਿਆ। ਵੀ ਇਹ ਗੁਰੂ ਨਾਨਕ 1947 ਦਾ ਜਿਹੜਾ ਦ੍ਰਿਸ਼ ਹੈ ਉਹ ਇੰਨਾ ਕਾਣ ਹੋ ਗਿਆ, ਇੰਨੇ ਲੋਕ ਬਲੀ ਚੜ੍ਹ ਗਏ ਤਾਂ ਤੈਨੂੰ ਫਿਰ ਵੀ ਦਰਦ ਨਾ ਆਇਆ। ਬਹੁਤ ਸ਼ਾਨਦਾਰ ਤਰੀਕੇ ਨਾਲ ਖ਼ਤਮ ਕੀਤੀ ਹੈ ਕਵੀ ਨੇ ਕਵਿਤਾ। ਤੇ ਇਹ ਕਵਿਤਾ ਜਿਹੜੀ ਤੁਸੀਂ ਯਾਦ ਰੱਖਣੀ ਹੈ ਬੇਟਾ ਜੀ। ਆਪਣੀਆਂ ਜਿਹੜੀਆਂ ਇਹ ਕਵਿਤਾਵਾਂ ਸੀ 3, ਇਹ ਆਪਣੀਆਂ ਹੋ ਗਈਆਂ ਜੀ ਕਲੀਅਰ। ਹੁਣ ਆਪਾਂ ਛੇਤੀ ਦੇਣੇ ਆਪਣੇ ਨੋਟਸ ਵਾਲਾ ਕੰਮ ਵੀ ਕਰ ਲਈਏ। ਓਏ ਰੁਕੋ ਇੱਕ ਮਿੰਟ, ਨੋਟਸ ਦੇ ਵਿੱਚ ਵੀ ਆਪਾਂ ਪੜ੍ਹ ਹੀ ਦਈਏ ਪ੍ਰੋਫੈਸਰ ਮੋਹਨ ਸਿੰਘ ਬਾਰੇ ਕੀ ਕੁਛ। ਹਾਂਜੀ ਆ ਰਹੀ ਪ੍ਰੋਫੈਸਰ ਮੋਹਨ ਸਿੰਘ ਦੇ ਬਾਰੇ ਮਹੱਤਵਪੂਰਨ ਗੱਲਾਂ ਆਪਾਂ ਪੜ੍ਹ ਲਈਏ ਇੱਥੇ। ਭਾਈ ਵੀਰ ਸਿੰਘ ਤੋਂ ਬਾਅਦ ਆਪਾਂ ਪੜ੍ਹ ਚੁੱਕੇ ਹਾਂ। ਪ੍ਰੋਫੈਸਰ ਪੂਰਨ ਸਿੰਘ ਵੀ ਪੜ੍ਹਤਾ, ਧਨੀ ਰਾਮ ਚਾਤਰਕ ਵੀ ਪੜ੍ਹਤਾ ਆਪਾਂ ਬਾਈ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ, ਯੁੱਗ ਦਾ ਕਵੀ। ਆ ਰਿਹਾ ਪ੍ਰੋਫੈਸਰ ਮੋਹਨ ਸਿੰਘ। ਲਓ ਜੀ, 16 ਸਾਲ ਦੀ ਉਮਰ ਦੇ ਵਿੱਚ ਬੜੀਆਂ ਇੰਪੋਰਟੈਂਟ ਗੱਲਾਂ ਲਿਖੀਆਂ ਮੈਂ ਲੱਭ ਕੇ। 16 ਸਾਲ ਦੀ ਉਮਰ ਦੇ ਵਿੱਚ ਇੱਕ ਕਵਿਤਾ ਰਚੀ ਸੀ ਪ੍ਰੋਫੈਸਰ ਮੋਹਨ ਸਿੰਘ ਨੇ, ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ। ਇਹ ਬੈਂਤ ਛੰਦ ਦੇ ਵਿੱਚ ਲਿਖੀ ਸੀ, ਸਭ ਤੋਂ ਪਹਿਲੀ ਕਵਿਤਾ ਲਿਖੀ ਸੀ। ਕਵਿਤਾ, ਇੱਕ ਹੀ ਕਵਿਤਾ ਜਿਹਨੂੰ ਕਹਿ ਦਿੰਦੇ ਹਾਂ। 1923 ਦੇ ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਮਿੰਟਗੁਮਰੀ, ਪਾਕਿਸਤਾਨ ਦਾ ਜ਼ਿਲ੍ਹਾ ਮਿੰਟਗੁਮਰੀ ਵਿੱਚ ਪਰਵਾਨੇ ਦੀ ਮੌਤ ਕਵਿਤਾ ਸੁਣਾ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਅਗਰ ਆ ਜੇ ਵੀ ਸਿੱਖ ਐਜੂਕੇਸ਼ਨ ਕਾਨਫਰੰਸ ਮਿੰਟਗੁਮਰੀ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਕਿਹੜੀ ਕਵਿਤਾ ਸੁਣਾਈ ਸੀ, ਤਾਂ ਉੱਤਰ ਹੋਊਗਾ ਜੀ ਪਰਵਾਨੇ ਦੀ ਮੌਤ। ਉਹ ਨਾ ਲਿਖਾਇਓ ਕਿਤੇ ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ, ਅਗਰ ਐਵੇਂ ਦਾ ਪ੍ਰਸ਼ਨ ਬਣਿਆ ਤਾਂ। 1943 ਦੇ ਵਿੱਚ ਲਾਹੌਰ ਵਿੱਚ 5 ਦਰਿਆ ਮਾਸਕ ਪੱਤਰ ਕੱਢਿਆ। 5 ਦਰਿਆ ਮਾਸਕ ਪੱਤਰ ਸੀਗਾ, ਧਿਆਨ ਰੱਖਿਓ, ਸਪਤਾਹਿਕ ਪੱਤਰ ਨਹੀਂ ਸੀ। 5 ਦਰਿਆ ਪੰਜਾਬ ਦੇ ਵਿੱਚ ਵਗਦੇ ਹੋਏ 5 ਦਰਿਆ ਉਹਨਾਂ ਦੇ ਨਾਮ ਤੇ ਲਾਹੌਰ ਦੇ ਵਿੱਚੋਂ ਕੱਢਿਆ ਸੀ 1943। 1947 ਦੇ ਤੱਕ ਕੀ ਲਿਖਿਆ ਦੇਖੋ ਜੀ, 2 ਧਾਰਾਵਾਂ ਦੇ ਵਿੱਚ, ਇੱਕ ਤਾਂ ਰੋਮਾਂਸਵਾਦੀ ਧਾਰਾ ਦੇ ਨਾਲ ਸੰਬੰਧਿਤ ਹੈ, ਇੱਕ ਪ੍ਰਗਤੀਵਾਦੀ। 1947 ਤੱਕ ਇਹ ਰੋਮਾਂਸਵਾਦੀ ਹੈ, ਉਸ ਤੋਂ ਬਾਅਦ ਇਹ 1947 ਦੀ ਵੰਡ ਤੋਂ ਬਾਅਦ ਇਹ ਪ੍ਰਗਤੀਵਾਦੀ ਕਵੀ ਹੋ ਜਾਂਦਾ ਹੈ। 1947 ਤੱਕ ਕੀ ਲਿਖਦਾ, ਸਾਵੇ ਪੱਤਰ।
सावे का मतलब होंदा हरे, हरे पत्ते। सावे पत्तर पहला काव्य संग्रह है इहदा। सावे पत्तर ध्यान रखियो, प्रोफैसर मोहन सिंह जी का पहला काव्य संग्रह का नाम हैगा सावे पत्तर। सन भी याद रखना 1936, कसुंबड़ा 1942, अधवाटे 1943, उस तो बाद 1947 तो बाद की लिखदा हो। कच सच 1950 ਦੇ ਵਿੱਚ ਲਿਖਿਆ ਕਾਵਿ ਸੰਗ੍ਰਹਿ। ਆਵਾਜ਼ਾਂ 1954, ਵੱਡਾ ਵੇਲਾ 1958। ਵੱਡਾ ਵੇਲੇ ਨੂੰ ਤੁਹਾਨੂੰ ਪਤਾ ਹੀ ਹੈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਜੰਦਰੇ 1964, ਜੈਮੀਰ 1968 ਤੇ ਬੂਹੇ। ਲਓ ਜੀ ਪਹਿਲਾਂ ਲਿਖਿਆ ਸੀ ਉਹਨੇ ਪਹਿਲਾਂ ਕੀ ਕੀਤਾ ਵੀ ਚਾਰ ਹੰਝੂ ਨਾਮ ਦੇ ਸਿਰਲੇਖ ਅਧੀਨ ਇਹਦੀਆਂ ਚਾਰ ਕਵਿਤਾਵਾਂ ਛਪੀਆਂ ਸੀ। ਚਾਰ ਹੰਝੂ ਸਿਰਲੇਖ ਸੀ, ਚਾਰ ਹੰਝੂ, ਚਾਰ ਹੀ ਉਹਦੇ ਵਿੱਚ ਕਵਿਤਾਵਾਂ ਸੀ। ਸ਼ਬਦ ਤੋਂ ਹੀ ਇੱਕ ਸਿਰਲੇਖ ਅਧੀਨ ਚਾਰ ਕਵਿਤਾਵਾਂ ਛਪੀਆਂ ਸੀ। ਉਹਨੂੰ ਕਾਵਿ ਸੰਗ੍ਰਹਿ ਨਹੀਂ ਕਹਿ ਸਕਦੇ ਆਪਾਂ। ਚਾਰ ਹੰਝੂ ਨਹੀਂਗਾ ਪਹਿਲਾ ਕਾਵਿ ਸੰਗ੍ਰਹਿ ਇਹਦਾ। ਕਿਤੇ ਲਿਖਿਆ ਹੋਵੇ ਤਾਂ ਤੁਸੀਂ ਉਸ ਨੂੰ ਦਰੁਸਤ ਕਰਨਾ। ਚਾਰ ਹੰਝੂ ਪਹਿਲਾ ਕਾਵਿ ਸੰਗ੍ਰਹਿ ਨਹੀਂਗਾ। ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ ਆ। ਆਪਣੀ ਗੱਲ ਕਲੀਅਰ ਹੋ ਗਈ ਹੈ। 1936 ਦੇ ਵਿੱਚ ਛਪਿਆ ਪਹਿਲਾ ਕਾਵਿ ਸੰਗ੍ਰਹਿ ਜਿਹੜਾ ਉਹ ਸਾਵੇ ਪੱਤਰ ਹੈ। ਸਾਵੇ ਪੱਤਰ ਪਹਿਲਾ ਕਾਵਿ ਸੰਗ੍ਰਹਿ, ਸਾਵੇ ਪੱਤਰ ਪਹਿਲਾ ਕਾਵਿ ਸੰਗ੍ਰਹਿ, ਸਾਵੇ ਪੱਤਰ ਪਹਿਲਾ ਕਾਵਿ ਸੰਗ੍ਰਹਿ 1936 1936 1936। ਦੂਸਰੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਵੀ ਚਾਰ ਹੰਝੂ ਕੀ ਚੀਜ਼ ਹੈ। ਫਿਰ 1932 ਦੇ ਵਿੱਚ ਚਾਰ ਹੰਝੂ ਸਿਰਲੇਖ ਅਧੀਨ ਚਾਰ ਕਵਿਤਾਵਾਂ ਛਪੀਆਂ ਸੀ। ਸਿਰਫ ਸਿਰਲੇਖ ਸੀਗਾ, ਕੋਈ ਕਵਿਤਾ ਨਹੀਂ ਸੀ, ਕੋਈ ਕਾਵਿ ਸੰਗ੍ਰਹਿ ਨਹੀਂ ਸੀ। ਮਤਲਬ ਕਵਿਤਾ ਤਾਂ ਸੀਗੀ, ਕਾਵਿ ਸੰਗ੍ਰਹਿ ਨਹੀਂ ਸੀ। ਚਾਰ ਹੰਝੂ ਰੱਬ, ਬਸੰਤ, ਅਨਾਰਕਲੀ ਤੇ ਨੂਰ ਜਹਾਂ, ਇਹ ਚਾਰ ਕਵਿਤਾਵਾਂ ਸੀ। ਤਾਂ ਇਹ ਚਾਰ ਕਵਿਤਾਵਾਂ ਕੀ ਹੋਇਆ ਵੀ ਇਹਨੇ ਕੀ ਕੀਤਾ, ਪ੍ਰੋਫੈਸਰ ਮੋਹਨ ਸਿੰਘ ਨੇ हाँ रुको ठीक है, ਪ੍ਰੋਫੈਸਰ ਮੋਹਨ ਸਿੰਘ ਨੇ ਇਹ ਚਾਰ ਹੰਝੂ ਦੀਆਂ ਜਿਹੜੀਆਂ ਚਾਰ ਕਵਿਤਾਵਾਂ ਬਾਅਦ ਵਿੱਚ ਸਾਵੇ ਪੱਤਰ ਪਹਿਲੇ ਕਾਵਿ ਸੰਗ੍ਰਹਿ ਦੇ ਵਿੱਚ ਐਡ ਕਰ ਦਿੱਤੀਆਂ ਸੀ। ਇਸ ਕਰਕੇ ਆਹ ਚਾਰ ਕਵਿਤਾਵਾਂ ਚਾਰ ਹੰਝੂ ਸਿਰਲੇਖ ਅਧੀਨ ਜ਼ਰੂਰ ਦਰਜ ਹੋਈਆਂ, ਪਰ ਇਹ ਜਦੋਂ ਕਾਵਿ ਸੰਗ੍ਰਹਿ ਦੇ ਵਿੱਚ ਗਈਆਂ ਤਾਂ ਕਿਹੜੇ ਦੇ ਵਿੱਚ, ਸਾਵੇ ਪੱਤਰ ਕਾਵਿ ਸੰਗ੍ਰਹਿ ਦੇ ਵਿੱਚ ਇਹ ਚਾਰ ਕਵਿਤਾਵਾਂ ਰੱਬ, ਬਸੰਤ, ਅਨਾਰਕਲੀ, ਨੂਰ ਜਹਾਂ। ਉਸ ਤੋਂ ਬਾਅਦ ਸਾਵੇ ਪੱਤਰ ਦੇ ਵਿੱਚ ਹੋਰ ਵੀ ਲਿਖੀਆਂ ਹੋਣੀਆਂ ਮੈਂ ਵੀ ਕਿਹੜੀਆਂ ਕਿਹੜੀਆਂ ਕਵਿਤਾਵਾਂ ਇਹਨਾਂ ਨੂੰ ਛੱਡ ਕੇ। ਐਡਵਿਨ ਅਰਨਾਲਡ ਦਾ ਮਹਾਕਾਵਿ ਲਿਖਿਆ ਹੋਇਆ ਜੀ ਇੱਕ, ਏਸ਼ੀਆ, ਲਾਈਟ ਆਫ ਏਸ਼ੀਆ। ਲਾਈਟ ਆਫ ਏਸ਼ੀਆ ਇਹ ਹੈਗਾ ਜੀ ਮਹਾਤਮਾ ਬੁੱਧ ਦੇ ਲਾਈਟ ਆਫ ਏਸ਼ੀਆ, ਮਹਾਤਮਾ ਬੁੱਧ ਦੇ ਜੀਵਨ 'ਤੇ ਆਧਾਰਿਤ ਮਹਾਕਾਵਿ ਹੈ। ਐਡਵਿਨ ਅਰਨਾਲਡ, ਸ਼ਾਇਦ ਮੈਂ ਗਲਤ ਤਾਂ ਨਹੀਂ ਬੋਲ ਗਿਆ, ਚਲੋ ਠੀਕ ਹੈ, ਦੇਖਿਓ ਤੁਸੀਂ ਇੱਕ ਵਾਰੀ ਖੁਦ ਚੈੱਕ ਕਰਿਓ ਵੀ ਮੈਂ ਸਹੀ ਬੋਲਿਆ ਕਿ ਗਲਤ। ਇਹ ਜਿਹੜਾ ਲਾਈਟ ਆਫ ਏਸ਼ੀਆ ਕੀ ਮਹਾਤਮਾ ਬੁੱਧ ਦੇ ਨਾਲ ਹੀ ਸੰਬੰਧਿਤ ਹੈ ਕਿ ਥੋੜ੍ਹਾ ਜਿਹਾ ਮੈਂ ਵੀ ਦਰੁਸਤ ਕਰ ਲੂੰਗਾ ਇਹਨੂੰ, ਮੈਂ ਦੇਖ ਲੂੰਗਾ ਇੱਕ ਵਾਰੀ, ਠੀਕ ਹੈ। ਐਡਵਿਨ ਅਰਨਾਲਡ ਦਾ ਮਹਾਕਾਵਿ ਹੈ ਜਿਹੜਾ ਲਾਈਟ ਆਫ ਏਸ਼ੀਆ, ਉਸ ਦਾ ਅਨੁਵਾਦ ਕੀਤਾ ਏਸ਼ੀਆ ਦਾ ਚਾਨਣ ਨਾਮ ਦੇ ਅਧੀਨ। ਲਾਈਟ ਆਫ ਏਸ਼ੀਆ ਦਾ ਮਤਲਬ ਹੀ ਬਣਦਾ ਏਸ਼ੀਆ ਦਾ ਚਾਨਣ। ਅਗਲੀ ਗੱਲ, ਨਨਕਾਇਣ ਮਹਾਕਾਵਿ ਲਿਖਿਆ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਨਾਮ ਵੀ ਮਿਲਿਆ ਸੀ ਨਨਕਾਇਣ ਮਹਾਕਾਵਿ ਲਿਖਣ 'ਤੇ। ਵੱਡਾ ਵੇਲਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਜੈਮੀਰ ਪੁਸਤਕ ਨੂੰ ਨਹਿਰੂ ਅਮਨ ਪੁਰਸਕਾਰ, ਸੋਵੀਅਤ ਰੂਸ ਦੇ ਵਿੱਚ ਮਿਲਦਾ ਸੀ ਇੱਕ ਪੁਰਸਕਾਰ, ਨਹਿਰੂ ਅਮਨ ਪੁਰਸਕਾਰ ਸੋਵੀਅਤ ਸੰਘ ਵੱਲੋਂ ਦਿੱਤਾ ਗਿਆ, ਰੂਸ ਵੱਲੋਂ ਇਹ ਜੈਮੀਰ ਪੁਸਤਕ ਨੂੰ ਮਿਲਿਆ। ਇਹ ਤੁਸੀਂ ਖਾਸ ਧਿਆਨ ਰੱਖਣਾ। ਵੱਡਾ ਵੇਲਾ ਦਾ ਤਾਂ ਸਾਰਿਆਂ ਨੂੰ ਹੀ ਪਤਾ ਵੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਪਰ ਜੈਮੀਰ ਦਾ ਜਿਹੜਾ ਇਹ ਤੁਸੀਂ ਖਾਸ ਧਿਆਨ ਰੱਖਣਾ। ਅਲੱਗ ਪ੍ਰਸ਼ਨ ਹੈ, ਇਹ ਪ੍ਰਸ਼ਨ ਆਉਣ ਦੀ ਸੰਭਾਵਨਾ। ਪ੍ਰਗਤੀਵਾਦੀ ਵਿਚਾਰਧਾਰਾ ਤੇ ਰੋਮਾਂਟਿਕ ਰੁਚੀ ਦਾ ਲਾਸਾਨੀ ਸ਼ਾਇਰ ਹੈ ਜੀ ਇਹ। ਪ੍ਰਗਤੀਵਾਦੀ ਵੀ ਹੈ ਤੇ ਰੋਮਾਂਸਵਾਦੀ ਵੀ ਹੈ, ਦੋਨੇ ਹੀ ਹੈ। ਪਤਾ ਲੱਗ ਹੀ ਗਿਆ 1947 ਤੋਂ ਪਹਿਲਾਂ ਰੋਮਾਂਸਵਾਦੀ ਹੈ, 1947 ਤੋਂ ਬਾਅਦ ਪ੍ਰਗਤੀਵਾਦੀ ਹੈ। ਪੰਜਾਬੀ ਵਿੱਚ ਸਰੋਦੀ ਸ਼ੈਲੀ ਵਿੱਚ ਆਂਤਰਿਕ ਪ੍ਰਮਾਣਿਕ ਸਵੈ ਅਤੇ ਮਾਨਵੀਪਨ ਦੇ ਹੁੰਗਾਰਿਆਂ ਨੂੰ ਚਿਤਰਿਆ ਜੀ ਇਸ ਨੇ। ਆਧੁਨਿਕ ਸੰਵੇਦਨਾ ਦੇ ਉਹਨਾਂ ਸਰੋਕਾਰਾਂ ਨੂੰ ਪੰਜਾਬੀ ਕਵਿਤਾ ਵਿੱਚ ਸਿਰਜਣ ਵਾਲਾ ਪਹਿਲਾ ਸ਼ਾਇਰ ਜਿਸ ਨੇ ਸਵੈ ਅਤੇ ਸਮੂਹ ਦੇ ਗੁੰਝਲਦਾਰ ਸੰਬੰਧਾਂ ਨੂੰ ਨਵਾਂ ਸਰੂਪ ਪ੍ਰਦਾਨ ਕੀਤਾ। ਸੋ ਇਹ ਉਹ ਕਵੀ ਹੈ ਜਿਹਨੇ ਸਵੈ ਅਤੇ ਸਮੂਹ ਦੇ ਗੁੰਝਲਦਾਰ ਸੰਬੰਧਾਂ ਨੂੰ ਨਵਾਂ ਰੂਪ ਪ੍ਰਦਾਨ ਕੀਤਾ, ਕਿਉਂਕਿ ਇਹਦੇ ਵਿੱਚ ਨਿੱਜੀ, ਆਪਾਂ ਕਹਿੰਦੇ ਹਾਂ ਨਾ ਨਿੱਜਤਾ ਦਾ ਕਵੀ ਇਹਨੂੰ ਜਾਣਿਆ ਜਾਂਦਾ। ਇੱਕ ਨਿਪੁੰਨ ਗੀਤਕਾਰ ਵੀ ਸੀ ਇਹ, ਗੀਤ ਪ੍ਰਗੀਤਕ ਕਵੀ ਸੀ, ਰੋਮਾਂਟਿਕ ਪ੍ਰਗਤੀਵਾਦੀ ਕਾਵਧਾਰਾ ਸੀ। ਬਿਲਕੁਲ ਸਹੀ ਹੈ, ਵਾਰੀ ਵਾਰੀ ਗੱਲ ਕਲੀਅਰ ਹੋ ਰਹੀ ਹੈ ਆਪਣੀ। ਯੁੱਗ ਦਾ ਕਵੀ ਕਿਹਾ ਜਾਂਦਾ ਇਹਨੂੰ। ਕਵਿਤਾ ਦਾ ਮਨਪਸੰਦ ਵਿਸ਼ਾ ਸੀ ਜਿਹੜਾ ਇਹਦਾ ਪ੍ਰੀਤ ਦੇ ਨਾਲ ਸੰਬੰਧਿਤ, ਪ੍ਰੀਤ ਵਿਸ਼ੇ ਨੂੰ ਲੈ ਕੇ ਬਹੁਤ ਵਧੀਆ ਕਵਿਤਾਵਾਂ ਲਿਖੀਆਂ। ਪ੍ਰਗਤੀਵਾਦੀ ਜਾਂ ਦੇਸ਼ ਪਿਆਰ ਸੰਬੰਧੀ ਕਵਿਤਾ ਵਿੱਚ ਵੀ ਇਸਤਰੀ ਦੇ ਸਰੀਰਕ ਅਨੁਭਵ ਨੂੰ ਪੇਸ਼ ਕਰਦਾ ਹੈ। ਤਾਜ ਮਹਿਲ ਦਾ ਗੁੰਬਦ ਜਿਵੇਂ। ਹੁਣ ਇਸ ਗੱਲ ਨੂੰ ਤੁਸੀਂ ਸਮਝਣਾ ਹੈ ਵੀ ਇਹਦੀ ਕਵਿਤਾ ਦੇ ਵਿੱਚ ਪ੍ਰੀਤ ਵਿਸ਼ਾ ਹੈ ਜਿਹੜਾ ਉਹ ਇੰਨਾ ਪ੍ਰਧਾਨ ਹੈ, ਪ੍ਰੀਤ ਵਿਸ਼ਾ, ਵੀ ਉਹ ਕੀ ਕਰਦਾ ਵੀ ਤਾਜ ਮਹਿਲ ਹੈ ਜਿਹੜੀ ਉਹ ਸਭ ਤੋਂ ਵੱਡੀ ਪ੍ਰਗਤੀਵਾਦੀ ਕਵਿਤਾ ਹੈ ਇਹਦੀ।
ਪ੍ਰਗਤੀ ਤਾਜ ਮਹਿਲ ਕਵਿਤਾ ਆਪਾਂ ਪੜ੍ਹਾਂਗੇ BA ਦੇ ਵਿੱਚ, ਉਦੋਂ ਵੀ ਤੁਹਾਨੂੰ ਇਹ ਗੱਲ ਦੱਸੂਗਾ। ਉਹਦੇ ਵਿੱਚ ਜਿਹੜੇ ਤਾਜ ਮਹਿਲ ਦੇ ਗੁੰਬਦ ਆ ਉੱਪਰ ਵਾਲੇ, ਉਹਨੂੰ ਉਹਦੀ ਉਪਮਾ, ਉਹਦੀ ਤੁਲਨਾ ਇਸਤਰੀ ਦੇ ਉਭਾਰਾਂ ਨਾਲ ਕਰਦਾ। ਇਹਦਾ ਮਤਲਬ ਕੀ ਹੈ ਵੀ ਪ੍ਰੀਤ ਦਾ ਰੰਗ ਇਹਦੇ ਉੱਪਰ ਇੰਨਾ ਮਤਲਬ ਹਾਵੀ ਹੈ ਵੀ ਇਹ ਪ੍ਰਗਤੀਵਾਦੀ ਕਵਿਤਾ ਦੇ ਵਿੱਚ ਵੀ ਪ੍ਰੀਤ ਨੂੰ ਲੈ ਆਉਂਦਾ। ਇਹ ਗੱਲ ਨੂੰ ਤੁਸੀਂ ਸਮਝਣੀ ਹੈ ਇਸ ਗੱਲ ਨੂੰ। ਹਾਂ, ਹਰੀ ਸਿੰਘ ਨਲੂਏ ਸੰਬੰਧੀ ਵੀਰ ਰਸੀ ਕਵਿਤਾ ਵਿੱਚ ਤੰਬੂ ਦੀ ਤੁਲਨਾ ਜਿਹੜੀ ਉਹ ਮੁਟਿਆਰ ਦੀ ਪਜੇਬ ਨਾਲ ਕਰਦਾ। ਹਰੀ ਸਿੰਘ ਨਲੂਏ ਦੇ ਨਾਲ ਸੰਬੰਧਿਤ ਇੱਕ ਕਵਿਤਾ ਲਿਖੀ ਹੈ ਇਹਨੇ, ਉਹਦੇ ਵਿੱਚ ਵੀ ਪ੍ਰੀਤ ਰੰਗ ਪ੍ਰਧਾਨ ਆ। ਹੁਣ ਹਰੀ ਸਿੰਘ ਨਲਵਾ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ਆ। ਹਰੀ ਸਿੰਘ ਨਲਵਾ ਜਿਹਨੇ ਜਮਰੌਦ ਦਾ ਕਿਲ੍ਹਾ ਜਿੱਤਿਆ ਸੀ, ਅਫਗਾਨਿਸਤਾਨ ਜਿੱਤਿਆ ਸੀ, ਹੈ ਨਾ, ਜਿਹਨੇ ਕਾਬਲ ਦਾ ਜਿਹੜਾ ਸੀਗਾ ਪ੍ਰਸ਼ਾਸਕ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ, ਉਹ ਹੈ ਜਿਹੜਾ ਉਹਦੇ ਬਾਰੇ ਹੁਣ ਲਿਖੂਗਾ ਕਵਿਤਾ। ਤੇ ਉਹਦੇ ਵਾਸਤੇ ਕੋਈ ਰੋਮਾਂਟਿਕ ਕਵਿਤਾ ਥੋੜ੍ਹਾ ਲਿਖੂਗਾ, ਤੇ ਉਹਦੇ ਵਾਸਤੇ ਤਾਂ ਵੀਰ ਰਸੀ ਲਿਖੀ ਜਾਊਗੀ ਹਰੀ ਸਿੰਘ ਨਲਵੇ ਬਾਰੇ, ਹੈ ਨਾ। ਉਹਦੇ ਬਾਰੇ ਕਿਹਾ ਜਾਂਦਾ ਵੀ ਇਹਦਾ ਨਲਵਾ ਨਾਮ ਤਾਂ ਸੀ ਵੀ ਰਾਜਾ ਨਲ ਦੇ ਨਾਮ 'ਤੇ ਰੱਖਿਆ ਗਿਆ ਸੀ। ਰਾਜਾ ਨਲ ਦਮਯੰਤੀ ਸੁਣੇ ਹੋਣੇ ਆ ਤੁਸੀਂ ਪਾਤਰ। ਰਾਜੇ ਨਲ ਬਾਰੇ ਇਹ ਕਿਹਾ ਜਾਂਦਾ ਸੀ, ਧਾਰਨਾ ਸੀ ਵੀ ਉਹਨੇ ਸ਼ੇਰ ਨੂੰ ਮਾਰ ਦਿੱਤਾ ਸੀ, ਸ਼ੇਰ ਦੇ ਨਾਲ ਲੜਾਈ ਕਰਕੇ। ਤੇ ਇਹੀ ਗੱਲ ਹੈ ਜਿਹੜੀ ਇਹ ਮਤਲਬ ਕੀ ਆ ਆਪਣੇ ਹਰੀ ਸਿੰਘ ਨਲਵੇ 'ਤੇ ਟੁੱਕਦੀ ਸੀ ਵੀ ਹਰੀ ਸਿੰਘ ਨਲਵੇ ਨੇ ਵੀ ਸ਼ੇਰ ਨੂੰ ਮਾਰ ਦਿੱਤਾ ਸੀ, ਸ਼ੇਰ ਦਾ ਸ਼ਿਕਾਰ ਕੀਤਾ ਸੀ, ਇਸ ਕਰਕੇ ਇਹਦੇ ਨਾਮ ਦੇ ਨਾਲ ਨਲਵਾ ਪੈਂਦਾ। ਹਰੀ ਸਿੰਘ ਨਲੂਏ ਸੰਬੰਧੀ ਵੀਰ ਰਸੀ ਕਵਿਤਾ ਦੇ ਵਿੱਚ ਜਿਹੜਾ ਉਹ ਤੰਬੂ ਲਾਇਆ ਹੋਇਆ ਸਿੰਘਾਂ ਨੇ, ਹਰੀ ਸਿੰਘ ਨਲਵੇ ਦੀ ਅਗਵਾਈ ਦੇ ਵਿੱਚ ਤੰਬੂ ਲੱਗਾ ਹੋਇਆ ਜਿਹਦੇ ਵਿੱਚ ਸਿੰਘ ਆ ਜਿਹੜੇ ਉਹ ਸਿੰਘ ਸੈਨਿਕ ਦੇ ਰੂਪ ਵਿੱਚ ਉਹਦੇ ਵਿੱਚ ਹੈ। ਉਹਦੀ ਤੁਲਨਾ ਉਹਨੇ ਉਹਦੇ ਕਿਹਦੇ ਨਾਲ ਕੀਤੀ ਹੈ? ਤੰਬੂ ਦੀ ਤੁਲਨਾ ਮੁਟਿਆਰ ਦੀ ਪਜੇਬ ਦੇ ਨਾਲ। ਹੁਣ ਮੁਟਿਆਰ ਦੀ ਪਜੇਬ ਹੈ ਜਿਹੜੀ ਉਹ ਪ੍ਰੀਤ ਦਾ ਵਿਸ਼ਾ, ਅਤੇ ਤੰਬੂ ਹੈ ਜਿਹੜਾ ਉਹ ਵੀਰ ਰਸ ਦੇ ਨਾਲ ਸੰਬੰਧਿਤ ਹੈ। ਉਹਦੇ ਨਾਲ ਵੀ ਉਹਦਾ ਸੰਬੰਧ ਜੋੜਿਆ, ਬੜਾ ਸ਼ਾਨਦਾਰ ਤਰੀਕਾ। ਰਚਨਾ ਦੇ ਵਿੱਚ ਦਵੰਦ ਹੈ। ਦਵੰਦ ਦਾ ਸ਼ਾਬਦਿਕ ਅਰਥ ਹੁੰਦਾ ਯੁੱਧ, ਦੁਚਿੱਤੀ ਦੀ ਅਵਸਥਾ ਜਿਹਨੂੰ ਯੁੱਧ ਮਤਲਬ ਦਵੰਦ। ਨਿੱਜੀ ਪਿਆਰ ਅਤੇ ਲੋਕ ਪਿਆਰ ਵਿੱਚ ਵਿਰੋਧ ਥਾਪ ਲੈਂਦਾ ਹੈ। ਇਹ ਆਪਣੀ ਕਵਿਤਾਵਾਂ ਦੇ ਵਿੱਚ ਨਿੱਜੀ ਪਿਆਰ ਅਤੇ ਲੋਕ ਪਿਆਰ ਨੂੰ ਆਪਸ ਦੇ ਵਿੱਚ ਪੜ੍ਹਾ ਦਿੰਦਾ। ਇਹਦੀ ਇੱਕ ਬਹੁਤ ਵੱਡੀ ਮਤਲਬ ਕਮੀ ਕਹਿ ਲਓ ਜਾਂ ਕੁਛ ਵੀ ਕਹਿ ਲਓ ਪ੍ਰੋਫੈਸਰ ਮੋਹਨ ਸਿੰਘ ਦੀ। 4 ਕਵਿਤਾਵਾਂ ਕਿਹੜੀਆਂ ਸੀ? ਰੱਬ, ਨੂਰ ਜਹਾਂ, ਬਸੰਤ, ਅਨਾਰਕਲੀ। ਹਾਂ, ਫਾਰਸੀ ਦਾ ਜਾਣਕਾਰ ਸੀ, ਬਿਲਕੁਲ ਸਹੀ ਹੈ। ਕੋਈ ਫਾਰਸੀ 'ਚ MA ਕੀਤੀ ਅਗਲੇ ਨੇ, ਜਾਣਕਾਰ ਤਾਂ ਹੋਊਗਾ ਹੀ। ਰੱਬ, ਨੂਰ ਜਹਾਂ, ਬਸੰਤ, ਅਨਾਰਕਲੀ, 4 ਹੰਝੂ 1932 ਸਿਰਲੇਖ ਦਿਨ ਛਪੀਆਂ, ਜੋ ਪਹਿਲੇ ਕਾਵਿ ਸੰਗ੍ਰਹਿ ਸਾਵੇ ਪੱਤਰ 1936 ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ ਹੀ ਆ 1936, ਜਿਹਦੇ ਵਿੱਚ ਕਿਹੜੀਆਂ ਕਵਿਤਾਵਾਂ? ਧਿਆਨ ਰੱਖਿਓ, ਅਗਲ ਪੁੱਛ ਲੇ ਵੀ ਆਹ ਜਿਹੜੀ ਕਵਿਤਾ ਇਹ ਕਿਹੜੇ ਕਾਵਿ ਸੰਗ੍ਰਹਿ ਦੇ ਵਿੱਚ ਆ, ਇਹਦੇ ਵਿੱਚੋਂ ਕਿਸੇ ਦਾ ਨਾਮ ਲੈ ਕੇ ਪੁੱਛੇ ਗਏ ਪ੍ਰਸ਼ਨ ਆ ਤਾਂ ਪਾਇਆ ਮੈਂ ਇਹ। ਰੱਬ, ਨੂਰ ਜਹਾਂ, ਬਸੰਤ, ਅਨਾਰਕਲੀ ਪਹਿਲੀਆਂ 4 ਤਾਂ ਹੋ ਗਈਆਂ। ਅੰਬੀ ਦਾ ਬੂਟਾ, ਸਿੱਖੀ, ਖੂਹ ਦੀ ਗਾਦੀ ਉੱਤੇ, ਸਜਦਾ ਤੇ ਸਬਜ਼ਾ, ਛੱਤੋ ਦੀ ਬੇਰੀ, ਜਵਾਨੀ, ਇੱਕ ਥੇ ਤੇ ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਕੁਸੁੰਬੜਾ ਜਿਹੜੀ 1939 ਦੇ ਵਿੱਚ ਉਹ ਤਾਜ ਮਹਿਲ ਕਵਿਤਾ ਜਿਹੜੀ ਆਪਾਂ ਪੜ੍ਹਾਂਗੇ BA ਵਾਲੀ, ਉਹ ਕੁਸੁੰਬੜਾ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਤਾਜ ਮਹਿਲ ਰੋਮਾਂਸਵਾਦ ਤੋਂ ਸ਼ੁਰੂ ਹੋ ਕੇ ਆਦਰਸ਼ਵਾਦ ਤੇ ਪ੍ਰਗਤੀਵਾਦ ਪੜਾਵਾਂ ਵਿੱਚੋਂ ਗੁਜ਼ਰਦਾ ਹੋਇਆ ਮਨੋਵਿਗਿਆਨਿਕ ਯਥਾਰਥਵਾਦ ਤੱਕ ਪਹੁੰਚਦਾ ਹੈ। ਮੇਨ ਇਹਦੇ 2 ਮੰਨੇ ਜਾਂਦੇ ਆ, ਰੋਮਾਂਸਵਾਦ ਤੇ ਪ੍ਰਗਤੀਵਾਦ। ਰੋਮਾਂਸਵਾਦ ਤੋਂ ਅੱਗੇ ਆਦਰਸ਼ਵਾਦ ਹੋ ਜਾਂਦਾ, ਫਿਰ ਉੱਥੇ ਪ੍ਰਗਤੀਵਾਦੀ ਵਿਚਾਰਧਾਰਾ ਵਿੱਚ ਵਾਹਵਾ ਚਿਰ ਖੜਾ ਰਹਿੰਦਾ, ਉੱਥੇ ਮਤਲਬ ਵਾਹਵਾ ਕਵਿਤਾਵਾਂ ਲਿਖਦਾ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਾਲ ਸੰਬੰਧਿਤ। ਉਸ ਤੋਂ ਬਾਅਦ ਮਨੋਵਿਗਿਆਨਿਕ ਯਥਾਰਥਵਾਦ ਤੱਕ ਪਹੁੰਚ ਜਾਂਦਾ। ਮੱਧ ਸ਼੍ਰੇਣਿਕ ਵਿਅਕਤੀਵਾਦ ਦੀ ਤਰਜਮਾਨੀ ਕੀਤੀ ਹੈ ਆਪਣੀਆਂ ਕਵਿਤਾਵਾਂ ਵਿੱਚ। ਮੱਧ ਸ਼੍ਰੇਣੀ, ਹੇਠਲਾ ਵਰਗ ਜਾਂ ਉੱਪਰਲੇ ਵਰਗ ਦੀ ਗੱਲ ਨਹੀਂ ਕੀਤੀ, ਮੱਧ ਸ਼੍ਰੇਣੀ ਦੇ ਮਿਡਲ ਕਲਾਸ ਬੰਦੇ ਦੀ ਗੱਲ ਕੀਤੀ ਹੈ। ਆਵਾਜ਼ਾਂ, ਵੱਡਾ ਵੇਲਾ, ਜ਼ਮੀਰ ਵਿੱਚ ਸਮਾਜਵਾਦ ਇਹਦੇ 'ਤੇ ਭਾਰੂ ਆ। ਪ੍ਰਗਤੀਵਾਦ ਆਵਾਜ਼ਾਂ ਵਿੱਚ ਇਨਕਲਾਬ ਦਾ ਸੰਦੇਸ਼ ਦਿੱਤਾ। ਆਵਾਜ਼ਾਂ ਕਾਵਿ ਸੰਗ੍ਰਹਿ ਵਿੱਚ ਜੰਦਰੇ ਵਿੱਚ ਅੰਤਰਮੁਖੀ ਹੋ ਕੇ ਵਿਅਕਤੀ ਦੇ ਮਨ ਵਿਚਲੇ ਦਵੰਦਾਂ ਅਤੇ ਅੰਤਰ ਵਿਰੋਧਾਂ ਨੂੰ ਰੂਪਮਾਨ ਕਰਦਾ ਹੈ। ਜੰਦਰੇ ਵਿੱਚ ਇਸ ਦੇ ਉੱਪਰ ਮਨੋਵਿਗਿਆਨਿਕ ਯਥਾਰਥਵਾਦ ਭਾਰੀ ਹੋ ਜਾਂਦਾ ਹੈ। ਇਸ ਕਰਕੇ ਜੰਦਰੇ ਕਾਵਿ ਸੰਗ੍ਰਹਿ ਜਿਹੜਾ ਉਹ ਮਨੋਵਿਗਿਆਨਿਕ ਯਥਾਰਥਵਾਦ 'ਤੇ ਆਧਾਰਿਤ ਹੈ। ਲਓ ਜੀ, ਇਹ ਆਪਣਾ ਪ੍ਰੋਫੈਸਰ ਮੋਹਨ ਸਿੰਘ 10ਵੀਂ ਦੀ ਜਮਾਤ ਵਿੱਚੋਂ ਤੇ ਉਸ ਤੋਂ ਬਾਅਦ ਆਪਾਂ ਸਾਡੇ ਨੋਟਸਾਂ ਦੇ ਵਿੱਚੋਂ ਵੀ ਪੜ੍ਹ ਲਿਆ ਹੈ। ਹੁਣ ਆਪਾਂ ਇਹਨੂੰ ਪੜ੍ਹਾਂਗੇ ਆਪਣੀ 12ਵੀਂ ਦੀ ਜਮਾਤ ਵਿੱਚ ਦਿੱਤਾ ਹੈ ਨਾ, ਤੇ BA 2 ਜਿਹੜੀਆਂ ਕਲਾਸਾਂ ਇਹਦੇ ਸੰਬੰਧੀ ਹੋਰ ਮਿਲ ਜਾਣਗੀਆਂ ਤੁਹਾਨੂੰ। ਫਿਰ ਤੁਹਾਡਾ ਪ੍ਰੋਫੈਸਰ ਮੋਹਨ ਸਿੰਘ ਕਲੀਅਰ। ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ। ਰੱਬ ਰਾਖਾ।